This program is sponsored by Prime Link Express, Gurmeet Madi, Union Truck Stop, Bakersfield, Sukhi Kuman. नमस्कार, अस्सलाम वालेकुम, सत श्री अकाल। मैं हाँ कंवर संधू और ਤੁਹਾਡਾ ਅੱਜ ਦੇ ਲਾਈਵ ਸ਼ੋਅ ਦੇ ਵਿੱਚ ਸਵਾਗਤ ਹੈ। ਇਹ ਲਾਈਵ ਸ਼ੋਅ ਅਸੀਂ ਹਫਤੇ 'ਚ 3 ਦਿਨ ਤੁਹਾਡੀ ਸੇਵਾ 'ਚ ਪੇਸ਼ ਕਰਦੇ ਹਾਂ। ਇਸ ਨੂੰ ਤੁਸੀਂ ਬਾਸ ਟੀਵੀ ਤੇ ਗਰਬ ਪੰਜਾਬ ਦੇ ਉੱਪਰ ਦੇਖ ਸਕਦੇ ਜੇ। ਬਾਸ ਟੀਵੀ IPTV ਦੇ ਉੱਤੇ ਟੈਲੀਕਾਸਟ ਹੁੰਦਾ ਵਾ, IPTV ਤੇ ਉਪਲਬਧ ਆ, ਤੇ ਗਰਬ ਪੰਜਾਬ US ਦੇ ਵਿੱਚ ਸਲਿੰਗ ਦੇ ਉੱਪਰ ਤੁਸੀਂ ਦੇਖ ਸਕਦੇ ਜੇ। ਇਸ ਵੇਲੇ ਨਾਰਥ ਅਮਰੀਕਾ 'ਚ ਹੈ ਸ਼ੁੱਕਰਵਾਰ ਦੀ ਸ਼ਾਮ, ਭਾਰਤ 'ਚ ਹੈ ਸ਼ਨੀਵਾਰ ਦੀ ਸਵੇਰ, ਤੇ ਆਸਟ੍ਰੇਲੀਆ 'ਚ ਦੁਪਹਿਰ ਹੋਣ ਜਾ ਰਹੀ ਆ। ਨਾਨਕਸ਼ਾਹੀ ਸੰਮਤ 552 ਦੀ ਹਾੜ ਦੀ ਅੱਜ 14 ਤਰੀਕ ਆ। ਔਰ ਇੱਕ ਵਾਰੀ ਫਿਰ ਤੁਹਾਡਾ ਇਸ ਲਾਈਵ ਸ਼ੋਅ ਦੇ ਵਿੱਚ ਸਵਾਗਤ ਹੈ। ਸਾਡੇ ਇਸ ਸ਼ੋਅ ਦੇ ਦੋ ਸਪਾਂਸਰਸ ਨੇ, ਪ੍ਰਾਈਮ ਲਿੰਕ ਐਕਸਪ੍ਰੈਸ ਗੁਰਮੀਤ ਮੱਲੀ ਅਤੇ ਯੂਨੀਅਨ ਵਿਲੇਜ ਟਰੱਕ ਸਟਾਪ ਬੇਕਰਸਫੀਲਡ ਸੁਖੀ ਘੁੰਮਣ। ਪਿਛਲੇ ਸ਼ੋਅ 'ਚ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਟਕਪੂਰਾ ਤੇ ਬਹਿਬਲ ਕਲਾਂ ਦੀ ਗੋਲੀकांड ਬਾਰੇ ਗੱਲ ਕੀਤੀ ਸੀ। ਅੱਜ ਆਪਾਂ ਫਿਰ ਉਸੇ ਮਸਲੇ 'ਤੇ ਗੱਲ ਕਰਨ ਜਾ ਰਹੇ ਹਾਂ, ਕਿਉਂਕਿ ਹੁਣ ਲਗਾਤਾਰ ਕੋਈ ਨਾ ਕੋਈ ਤਾਜ਼ੀ ਜਾਣਕਾਰੀ ਇਸ ਮਸਲੇ 'ਤੇ ਮਿਲ ਰਹੀ ਹੈ। ਪਿਛਲੇ ਸ਼ੋਅ ਤੋਂ ਪਹਿਲਾਂ ਦੋ ਪੁਲਿਸ ਨੇ ਬਹੁਤ ਅਹਿਮ ਗ੍ਰਿਫਤਾਰੀਆਂ ਕੀਤੀਆਂ ਸੀ। ਇੱਕ ਵਰਕਸ਼ਾਪ ਦਾ ਜਿਹੜਾ ਮਾਲਕ ਆ, ਔਰ ਦੂਸਰਾ ਇੱਕ ਵਕੀਲ, ਜਿਨ੍ਹਾਂ ਨੇ ਪੁਲਿਸ ਦੀ ਮਦਦ ਕੀਤੀ ਸੀ। ਜਿਹੜੀ ਪੁਲਿਸ ਨੇ ਗੋਲੀ ਚਲਾਈ ਆ ਉਹਦੇ 'ਚ ਝੂਠਾ ਐਵੀਡੈਂਸ ਕ੍ਰੀਏਟ ਕਰਨ ਦੀ, ਇਹ ਸਾਬਤ ਕਰਨ ਲਈ ਕਿ ਪਹਿਲਾਂ ਪੁਲਿਸ 'ਤੇ ਗੋਲੀ ਚੱਲੀ ਔਰ ਫਿਰ ਪੁਲਿਸ ਨੇ ਲੋਕਾਂ ਦੇ ਉੱਤੇ ਗੋਲੀ ਚਲਾਈ। ਇਸੇ ਮਸਲੇ ਦੇ ਵਿੱਚ ਇੱਕ ਹੋਰ ਬਹੁਤ ਅਹਿਮ ਗ੍ਰਿਫਤਾਰੀ ਹੋਈ ਆ, ਕਿਉਂਕਿ ਗੋਲੀ ਉਸ ਵੇਲੇ ਕੋਟਕਪੂਰਾ 'ਚ ਵੀ ਚੱਲੀ ਸੀ, ਫਿਰ ਬਹਿਬਲ ਕਲਾਂ ਚੱਲੀ ਸੀ। ਕੋਟਕਪੂਰਾ ਦਾ ਜਿਹੜਾ SHO ਆ, ਉਹਨੂੰ ਗੁਰਦੀਪ ਸਿੰਘ ਬਰਾੜ, ਉਸ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ, ਕਿਉਂਕਿ ਉਹਨੇ ਵੀ ਝੂਠਾ ਐਵੀਡੈਂਸ ਕ੍ਰੀਏਟ ਕਰਨ ਦੀ ਇੱਕ ਕੋਸ਼ਿਸ਼ ਕੀਤੀ ਹੈ। ਇਹ SIT ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਇਲਜ਼ਾਮ ਹੈ। ਇੱਕ ਹੋਰ ਬਹੁਤ ਅਹਿਮ ਜਾਣਕਾਰੀ ਸਾਹਮਣੇ ਆਈ ਆ। ਕੱਲ੍ਹ ਦੀ ਤਰੀਕ ਦੇ ਵਿੱਚ ਇੱਕ SIT ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਨੂੰ ਇਹਨਾਂ ਕੇਸਾਂ ਦੇ ਵਿੱਚ ਗੋਲੀकांड ਜਿਹੜੇ ਮਸਲੇ ਹੋਏ ਆ, ਗੋਲੀकांड ਦੇ ਮਸਲੇ ਹੋਏ ਆ ਕੋਟਕਪੂਰਾ ਤੇ ਬਹਿਬਲ ਕਲਾਂ ਦੇ ਵਿੱਚ, ਇਹਨਾਂ ਦੇ ਵਿੱਚ ਐਕਿਊਜ਼ਡ ਯਾਨੀ ਦੋਸ਼ੀ ਮੁਲਜ਼ਮ ਨਾਮਜ਼ਦ ਕੀਤਾ ਵਾ। ਇੱਥੋਂ ਲੱਗ ਰਿਹਾ ਵਾ ਕਿ ਪੁਲਿਸ ਔਰ SIT ਕੁਝ ਅੱਗੇ ਅਹਿਮ ਜਾਣਕਾਰੀਆਂ ਦੇਣ ਜਾ ਰਹੀ ਆ, ਅਹਿਮ ਗ੍ਰਿਫਤਾਰੀਆਂ ਕਰਨ ਜਾ ਰਹੀ ਹੈ। ਤੁਹਾਨੂੰ ਕੀ ਲੱਗਦਾ ਜਿਹੜੇ ਮਸਲੇ 'ਤੇ ਆਪਾਂ ਅੱਜ ਗੱਲ ਕਰਨੀ ਆ, ਕਿ ਕੀ ਸੀਨੀਅਰ ਬਾਦਲ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਔਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਬੇਟੇ ਔਰ ਸਾਬਕਾ ਡਿਪਟੀ CM, ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਵਾ? ਇਹਦੇ 'ਤੇ ਆਪਾਂ ਅੱਜ ਗੱਲ ਕਰਨੀ ਆ। ਕੀ ਕੋਟਕਪੂਰਾ ਤੇ ਬਹਿਬਲ ਕਲਾਂ ਪੁਲਿਸ ਗੋਲੀकांड ਦੀ ਜਾਂਚ ਕਰ ਰਹੀ, SIT ਬਾਦਲਾਂ ਖਿਲਾਫ ਸ਼ਿਕੰਜਾ ਕੱਸਣ ਜਾਰੀ ਆ? ਇਹਦੇ 'ਤੇ ਤੁਸੀਂ ਆਪਣੇ ਵਿਚਾਰ ਵੀ ਦੇ ਸਕਦੇ ਜੇ। ਸਾਡੇ ਦੋ ਨੰਬਰਸ ਨੇ 7187753585 ਔਰ ਇੱਕ ਇੰਡੀਆ ਦਾ ਨੰਬਰ ਆ 47844001। ਚੰਡੀਗੜ੍ਹ ਦਾ ਨੰਬਰ ਹੈ ਇੱਕ, ਪਹਿਲਾਂ ਇੰਡੀਆ ਦਾ ਕੋਡ 011, ਫਿਰ ਚੰਡੀਗੜ੍ਹ ਦਾ ਕੋਡ 172, ਫਿਰ ਤੁਸੀਂ ਚੰਡੀਗੜ੍ਹ ਦਾ ਨੰਬਰ ਡਾਇਲ ਕਰ ਸਕਦੇ ਜੇ 47844001। ਇਹਨਾਂ ਨੰਬਰਸ 'ਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਜੀ। ਮੈਂ ਦੱਸਿਆ ਜਿਵੇਂ ਕਿ ਇੱਕ ਬਹੁਤ ਅਹਿਮ ਜਾਣਕਾਰੀ ਕੱਲ੍ਹ ਦੀ ਤਰੀਕ ਦੇ ਵਿੱਚ ਸਾਹਮਣੇ ਆਈ ਆ। ਅੱਜ ਦੀਆਂ ਅਖਬਾਰਾਂ ਦੇ ਵਿੱਚ ਇਹਦਾ ਜ਼ਿਕਰ ਵੀ ਹੈ ਕਿ SIT ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਫਰੀਦਕੋਟ ਦੇ ਸੈਸ਼ਨ ਜੱਜ ਨੂੰ ਇੱਕ ਕੱਲ੍ਹ ਦੀ ਤਰੀਕ 'ਚ ਇੱਕ ਚਿੱਠੀ ਲਿਖੀ ਹੈ। ਉਹਦੇ 'ਚ ਉਹਨਾਂ ਕਿਹਾ ਵਾ ਕਿ ਇੱਕ CGM ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਹਰਵਿੰਦਰ ਸਿੰਘ ਸਿੰਧੀਆ, ਉਹਨਾਂ ਨੂੰ ਬੇਅਦਬੀ ਦੇ ਕੇਸਾਂ 'ਚੋਂ, ਗੋਲੀकांड ਦੇ ਕੇਸਾਂ 'ਚੋਂ ਉਹਦੀ ਪੈਰਵਾਈ ਨਹੀਂ ਕਰਨ ਦੇਣੀ ਚਾਹੀਦੀ, ਕਿਉਂਕਿ ਉਹਨਾਂ ਨੇ ਉਹਨਾਂ ਦੇ ਬਾਦਲ ਪਰਿਵਾਰ ਦੇ ਨਾਲ ਬਹੁਤ ਗਹਿਰੇ ਨਜ਼ਦੀਕੀ ਸੰਬੰਧ ਨੇ। ਔਰ ਬਾਦਲ ਪਰਿਵਾਰ SIT ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਮੁਤਾਬਕ ਇਹਨਾਂ ਕੇਸਿਸ ਦੇ ਵਿੱਚ ਐਕਿਊਜ਼ ਨੇ, ਉਹ ਦੋਸ਼ੀ ਨੇ, ਮੁਲਜ਼ਮ ਨੇ। ਇਹ ਪਹਿਲੀ ਵਾਰੀ ਸ਼ਾਇਦ ਬਾਦਲ, ਦੋਵੇਂ ਸੀਨੀਅਰ ਬਾਦਲ ਔਰ ਜੂਨੀਅਰ ਬਾਦਲ ਨੂੰ ਪੁਲਿਸ ਨੇ ਦੋਸ਼ੀ ਕਿਹਾ ਵਾ। ਹੋ ਸਕਦਾ ਵਾ ਜੇ ਉਹ ਦੋਸ਼ੀ ਹਨ ਤੇ ਉਹਨਾਂ ਦੀ ਗ੍ਰਿਫਤਾਰੀ ਵੀ SIT ਮੰਗ ਸਕਦੀ ਹੈ। ਜੇ ਇਹ ਸਭ ਕੁਝ ਹੁੰਦਾ ਵਾ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਤਰੀਕੇ ਦੀ ਇੱਕ ਨਵਾਂ ਮੋੜ ਆ ਸਕਦਾ ਵਾ। ਕਿਹੋ ਜਿਹਾ ਮੋੜ ਆਊਗਾ, ਇਹਦੇ ਬਾਰੇ ਆਪਾਂ ਵਿਚਾਰ ਕਰਨਾ ਵਾ। ਇੱਕ ਕਾਲਰ ਸਾਡੇ ਨਾਲ ਆਲਰੇਡੀ ਜੁੜ ਗਏ ਨੇ, ਦੇਖਦੇ ਹਾਂ ਉਹਨਾਂ ਦਾ ਇਸ ਮਸਲੇ 'ਤੇ ਕੀ ਵਿਚਾਰ ਹੈ। ਹੈਲੋ ਸਤਿ ਸ਼੍ਰੀ ਅਕਾਲ। ਹਾਂਜੀ ਸ਼ੇਰ ਸਿੰਘ ਜੀ, ਇੱਕ ਨਵਾਂ ਐਵੀਡੈਂਸ ਸਾਹਮਣੇ ਆਇਆ ਵਾ। ਤੁਹਾਨੂੰ ਲੱਗਦਾ ਇਸ ਐਵੀਡੈਂਸ ਦੇ ਆਧਾਰ 'ਤੇ
ਪੁਲਿਸ ਜਿਹੜੀ ਆ SIT ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਾਦਲਾਂ ਦੇ ਖਿਲਾਫ ਸ਼ਿਕੰਜਾ ਜਾਂ ਉਹਨਾਂ ਦੇ ਉੱਤੇ ਸ਼ਿਕੰਜਾ ਕੱਸ ਰਹੀ ਹੈ? ਸੰਧੂ ਸਾਹਿਬ ਦੇਖਿਆ ਜਾਵੇ ਵੈਸੇ ਮੈਂ ਨੈਗੇਟਿਵ ਤਾਂ ਨਹੀਂ ਕਹਿੰਦਾ, ਤੇ ਸੋਚਣਾ ਚਾਹੀਦਾ ਆਸ ਤਾਂ ਆਪਾਂ ਨਿਆਂ ਦੀ ਰੱਖਣੀ ਚਾਹੀਦੀ ਤੇ ਜਦੋਂ ਜਦ ਵੀ ਕਰਦੇ ਰਹਿਣਾ ਚਾਹੀਦਾ। ਮੇਰਾ ਖਿਆਲ ਹੈ ਜੀ ਤੇ ਮੰਗ ਵੀ ਰੱਖਣੀ ਚਾਹੀਦੀ ਹੈ। ਆਸ ਛੱਡਿਆ ਤਾਂ ਨਹੀਂ ਕੁਝ ਬਣਦਾ ਜੀ, ਭਾਵੇਂ ਲੰਬਾ ਸਮਾਂ। ਪਰ ਸੰਧੂ ਸਾਹਿਬ ਇੱਕ ਆਪਾਂ ਕਹਾਣੀ ਸੁਣਦੇ ਹੁੰਦੇ ਨਾ ਵੀ ਉਹ ਫੇਰ ਆ ਗਿਆ ਆਜੜੀ ਵਾਲੀ, ਤੇ ਹੁਣ ਬਈ ਇੱਕ ਤਰ੍ਹਾਂ ਦਾ ਨਾ ਅਤਬਾਰ ਉੱਠ ਗਿਆ ਕਰਕੇ। ਹਾਂਜੀ, ਅਤਬਾਰ ਉੱਠ ਗਿਆ ਵੀ ਐਂ ਲੱਗਦਾ ਵੀ ਸੱਚ ਹੋਣਾ ਕਿ ਨਹੀਂ ਹੋਣਾ ਜੀ। ਤੇ ਦੂਜਾ ਮੈਂ ਕਹੂੰਗਾ ਤੁਹਾਨੂੰ ਸਾਹਿਬ, ਜੇ ਆਪਾਂ ਕੱਢ ਕੇ ਦੇਖੀਏ, ਜੇ ਤੁਸੀਂ ਥੋੜੇ ਜਿਹੇ ਨਜ਼ਰੀਏ ਨਾਲ ਦੇਖੋ, ਕਿਉਂਕਿ ਜਿਹੜੀਆਂ 22 ਵਾਲੀਆਂ ਚੋਣਾਂ ਸੀ ਤਕਰੀਬਨ ਹੁਣ ਨੇੜੇ ਆ ਚੁੱਕੀਆਂ, ਕਿਉਂਕਿ ਅੱਜ ਤੋਂ 1 ਸਾਲ ਨੂੰ ਫਿਰ ਮੇਰਾ ਖਿਆਲ ਆ ਵੀ ਕਾਫੀ ਗਾਮਾ ਗਾਮੀ ਸ਼ੁਰੂ ਹੋ ਜੂਗੀ ਜੇ ਕਰੋਨਾ ਵਾਇਰਸ ਹਟਦੀ ਆ ਤਾਂ ਇਹਨਾਂ ਨੂੰ ਮੌਕਾ ਮਿਲਦਾ ਤਾਂ ਜਾਣ ਦਾ। ਪਰ ਉੱਥੇ ਜੇ ਆਪਾਂ ਕਾਰਾਂ ਵਾਲੇ ਕੱਢ ਕੇ ਦੇਖੀਏ ਨਾ ਸੰਧੂ ਸਾਹਿਬ, ਇਹ ਕੈਪਟਨ ਦੇ ਇਹੀ ਬਿਆਨ ਸੀ ਕਾਂਗਰਸ ਦੇ ਵੀ ਸਾਨੂੰ ਪਤਾ ਹੈ ਕਿਹੜੇ ਰਾਹ 'ਚ ਪੈਣਾ ਜਾਂਦੀਆਂ, ਕਿਹੜੇ ਘਰਾਂ 'ਚ ਜਾਂਦੀਆਂ, ਕੱਲੇ ਨੂੰ ਕੱਢ ਕੇ ਲਿਆਵਾਂਗੇ। ਇਹਦੇ ਪ੍ਰਤੀ ਨਹੀਂ ਜਿਹੜੀ ਗੌਰਮੈਂਟ ਆਪਣੀ ਸਰਕਾਰ ਦਾ CM ਜਿਹੜਾ ਹੁਣ ਬਣਿਆ, ਸਹੁੰ ਖਾ ਕੇ ਗੁਰੂ ਗ੍ਰੰਥ ਸਾਹਿਬ ਦੀ ਸੰਧੂ ਸਾਹਿਬ ਸੱਤਾ ਦੇ ਵਿੱਚ ਆਉਂਦਾ। ਆਪਾਂ ਨੂੰ ਵੀ ਪਤਾ ਹੈ ਕਿਵੇਂ ਉਹ ਸੱਤਾ ਚਾਹੇ ਆ, ਸਾਰੀ ਸੇਮ ਮੈਂ ਵੀ ਹੋਈ ਸੀ ਉਦੋਂ, ਤੇ ਖੈਰ ਇਹਨਾਂ ਦੀ ਉਦੋਂ ਇਹਦੇ ਪੈੜਾਂ ਜਾਂਦੀਆਂ। ਮੈਨੂੰ ਪਤਾ ਕਹਿੰਦਾ ਵੀ ਡਰੱਗ ਕਿੱਥੋਂ ਜਾਂਦਾ ਹੈ, ਇਹਨੇ ਆਮ ਬੋਲਿਆ ਵੀ ਤੋਤੇ ਨੂੰ ਤੋਤਾ ਸੀ ਉਹਨੂੰ ਨਾ, ਜਿਹੜਾ ਮੰਤਰੀ ਸੀਗਾ ਜਿਹਨੇ ਕੀਤਾ ਹੈਗਾ ਆਪਣੇ ਦਾ ਕੀਟਨਾਸ਼ਕ ਦਵਾਈਆਂ ਦਾ, ਉਦੋਂ ਹੋਇਆ ਸੀ ਮੇਰਾ ਖਿਆਲ ਵੀ ਰਾਈਟ ਨਰਮਿਆਂ ਦੀ, ਕਹਿੰਦਾ ਮੈਂ ਤੋਤੂ ਦੇ ਮੁੰਡੇ ਨੂੰ ਕੱਲੇ ਨੂੰ ਫੜ ਕੇ ਅੰਦਰ ਕਰੂੰਗਾ। ਸਿਰਫ ਜੁਮਲੇਬਾਜ਼ੀ ਕੀਤੀ ਇਹਨਾਂ ਨੇ। ਮੈਨੂੰ ਲੱਗਦਾ ਬਈ ਇੱਕ ਅੱਧੇ ਨੂੰ ਟੰਗ ਕੇ ਸਿਆਸੀ ਸਰਪ੍ਰਸਤਾਂ ਨੂੰ ਨਹੀਂ ਇਹ ਕੁਝ ਕਹਿਣ ਦੇ, ਨਾ ਹੀ ਵੱਡੇ DGP ਤੱਕ ਵਰਗਿਆਂ ਨੂੰ, ਬਈ ਇਹ ਜੇ ਹੋਊਗੀ ਫਿਰ ਸੰਧੂ ਸਾਹਿਬ ਪੰਜਾਬ ਦੇ ਵਿੱਚ ਇੱਕ ਵੱਡਾ ਇਤਿਹਾਸ ਹੋਊਗਾ। ਤੇ ਮੈਂ ਕਹਿੰਦਾ ਲੋਕ ਜੇ ਕਰ ਜਾਂਦੇ ਆ ਇਹ, ਜਾਂ ਜਿੰਨਾ ਚਿਰ ਆਪਾਂ ਸਰਪ੍ਰਸਤ, ਮੈਂ ਇਹ ਵੀ ਗੱਲ ਨਹੀਂ ਕਰਦਾ ਇਕੱਲੇ ਵੀ ਜਿੰਨੇ ਵੀ ਕਾਂਡ ਹੁਣ ਤਾਈਂ ਹੋ ਰਿਹਾ, ਤੁਸੀਂ ਨਮੋਦਰ ਵਾਲਾ ਚੱਕਿਆ ਸੀ ਮਸਲਾ ਰਾਈਟ ਵਿਧਾਨ ਸਭਾ 'ਚ ਵੀ, ਜੇ ਉਹ ਜਾਂ ਤੇ ਵੀ ਜਿਹੜੇ ਸਰਪ੍ਰਸਤਾਂ ਨੂੰ ਜਿੰਨਾ ਚਿਰ ਹੱਥ ਨਹੀਂ ਨਾ ਪੈਂਦਾ ਤੁਸੀਂ ਸਭ ਨਾਲ ਰੁਕਦੇ ਨਹੀਂ। ਜੇ ਸਰਪ੍ਰਸਤਾਂ ਨੂੰ ਵੱਡੇ ਪੁਲਿਸ ਅਫਸਰਾਂ ਨੂੰ ਲੱਗਿਆ ਜਾਂਦਾ ਹੈ ਤੇ ਮੇਰੇ ਖਿਆਲ ਪੰਜਾਬ ਦੇ ਵਿੱਚ ਆਜ਼ਾਦੀ ਤੋਂ ਬਾਅਦ ਇੱਕ ਪਹਿਲਾ ਇਤਿਹਾਸ ਹੋਊਗਾ ਤੇ ਵਿਲੱਖਣਤਾ ਆਊਗੀ, ਇਹ ਨਵਾਂ ਹੀ ਮੋੜ ਆਊਗਾ ਤੇ ਮੇਰੇ ਲੋਕ ਹੱਥਾਂ ਤੇ ਚੱਕਣਗੇ ਜਿਹਨੇ ਵੀ ਇਹ ਕੀਤਾ ਜਾਏ ਤੁਹਾਨੂੰ ਸਾਹਿਬ, ਕਿਉਂਕਿ ਬਹੁਤ ਇਹ ਦੁੱਖ ਦੇਖਿਆ ਪੰਜਾਬ ਨੇ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ। ਤੁਹਾਨੂੰ ਵੀ ਪਤਾ ਕਿਵੇਂ ਪੁਲਿਸ ਨੇ ਤਸ਼ੱਦਦ ਕੀਤੇ ਨੇ ਇਹਨਾਂ ਗੱਠਜੋੜ ਨਾਲ ਰਲ ਕੇ, ਇਹਨਾਂ ਸਿਆਸੀ ਸਰਪ੍ਰਸਤਾਂ ਦੇ ਥਰੂ ਇਹਨਾਂ ਨੂੰ ਇਹ ਬਚਦੇ ਤੁਰੇ ਆਏ ਆ। ਬਸ ਤੁਹਾਨੂੰ ਸਾਹਿਬ ਤਾਂ ਇੰਨਾ ਹੀ ਕਹੂੰਗਾ, ਉਮੀਦ ਕਰਦੇ ਹਾਂ ਹੋ ਜਾਵੇ ਸਾਰਾ ਕੁਝ। ਮੈਂ ਤਾਂ ਮਿਹਰਬਾਨੀ, ਥੈਂਕ ਯੂ ਸ਼ੇਰ ਸਿੰਘ ਜੀ। ਲਾਸ ਐਂਜਲਸ ਤੋਂ ਸ਼ੇਰ ਸਿੰਘ ਗਿੱਲ ਸਾਡੇ ਨਾਲ ਜੁੜੇ ਹੋਏ ਸਨ। ਮੀਨਵਾਈਲ ਫੇਸਬੁੱਕ ਦੇ ਉੱਪਰ ਰਵਿੰਦਰਜੀਤ ਸਿੰਘ ਪੰਦੇਰ, ਸਤਨਾਮ ਸਿੰਘ ਧਾਮੀ, ਬਲਜਿੰਦਰ ਸਿੰਘ ਬਾਜਵਾ, ਹਰਦੀਪ ਸਿੰਘ ਸੋਢੀ, ਮੱਗਰ ਸਿੰਘ ਵੀ ਸਾਡੇ ਨਾਲ ਇਸ ਵੇਲੇ ਜੁੜ ਗਏ ਨੇ। ਬਲਜਿੰਦਰ ਸਿੰਘ ਬਾਜਵਾ ਦਾ ਖਿਲਾਫ ਹੈ ਕੁਝ ਨਹੀਂ ਹੋਣਾ, ਤੁਸੀਂ ਦਿਨ ਰਾਤ ਇਹਦੇ ਬਾਰੇ ਗੱਲ ਕਰਦੇ ਰਹੋ, ਅਖੀਰ ਕੁਝ ਨਹੀਂ ਹੋਣਾ। ਦੇਖੋ ਜਿਹੜੀ ਡਿਵੈਲਪਮੈਂਟਸ ਪਿਛਲੇ ਹਫ਼ਤੇ ਤੋਂ ਹੋਈਆਂ ਵਾ, ਉੱਥੋਂ ਤੇ ਲੱਗਦਾ ਵਾ ਕਿ ਇੱਕ ਫਾਰਵਰਡ ਮੂਵਮੈਂਟ ਹੋ ਰਹੀ ਆ। ਪਹਿਲੋਂ ਗਰਾਜ ਦਾ ਮਾਲਕ ਜਿੱਥੇ ਝੂਠਾ ਐਵੀਡੈਂਸ ਕ੍ਰੀਏਟ ਕੀਤਾ ਗਿਆ ਉਹ ਅਰੈਸਟ ਕੀਤਾ ਗਿਆ, ਜਿਹਦੀ ਬੰਦੂਕ ਨਾਲ ਐਵੀਡੈਂਸ ਕ੍ਰੀਏਟ ਕੀਤਾ ਗਿਆ, ਜਿਹਨੇ ਬੰਦੂਕ ਨਾਲ ਜਿਪਸੀ ਪੁਲਿਸ ਨੇ ਆਪਣੀ ਜਿਪਸੀ ਤੇ ਆਪ ਹੀ ਗੋਲੀਆਂ ਚਲਾਈਆਂ, ਸੁਹੇਲ ਸਿੰਘ ਬਰਾੜ, ਉਹਨੂੰ ਅਰੈਸਟ ਕੀਤਾ ਗਿਆ। ਉਸ ਤੋਂ ਬਾਅਦ ਫਿਰ ਇੱਕ SHO ਕੋਟਕਪੂਰੇ 'ਚ ਹੀ ਪਹਿਲੋਂ ਫਾਇਰਿੰਗ ਹੋਈ ਸੀ, ਉਹਨੂੰ ਅਰੈਸਟ ਕੀਤਾ ਗਿਆ। ਔਰ ਹੁਣ ਦੋਵਾਂ ਬਾਦਲਾਂ ਨੂੰ, ਸੀਨੀਅਰ ਬਾਦਲ ਜੂਨੀਅਰ ਬਾਦਲਾਂ ਨੂੰ ਇਸ ਕੇਸ ਦੇ ਵਿੱਚ, ਇਹਨਾਂ ਕੇਸਾਂ ਦੇ ਵਿੱਚ ਦੋਸ਼ੀ ਨਾਮਜ਼ਦ ਚਿੱਠੀ ਦੇ ਵਿੱਚ ਕਿਹਾ ਗਿਆ ਵਾ। ਸੋ ਇੱਥੋਂ ਲੱਗਦਾ ਵਾ ਕੋਈ ਫਾਰਵਰਡ ਮੂਵਮੈਂਟ ਡੈਫੀਨੇਟਲੀ ਹੋ ਰਹੀ ਆ। ਇਸ ਸਿਰੇ ਚੜੂਗੀ ਕਿ ਨਹੀਂ ਚੜੂਗੀ ਉਹ ਦੇਖਣਾ ਹੋਵੇਗਾ। ਦੇਖਦੇ ਹਾਂ ਅਗਲੇ ਕਾਲਰ ਕੀ ਕਹਿੰਦੇ। ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਾਨ ਸਾਹਿਬ। ਦੇਖੋ ਇਹ ਜਿਹੜਾ ਸਵਾਲ ਹੈਗਾ ਕਿ ਕੀ ਇਹ ਸਕੰਜਾ ਜਿਹੜਾ ਹੈਗਾ ਕੱਸਿਆ, ਉਹ ਤਾਂ ਸਕੰਜਾ ਤਾਂ ਜ਼ਰੂਰ ਕੱਸਿਆ ਜਾ ਰਿਹਾ ਜੀ, ਪਰ ਇਹਦੇ ਵਿੱਚ ਬਦਕਿਸਮਤੀ ਇਹੀ ਰਹਿੰਦੀ ਹੈ ਹਮੇਸ਼ਾ ਜੀ ਕਿ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਵਗੈਰਾ ਵਰਗੇ ਲੋਕ ਨੇ ਜਿਹੜੇ ਬਹੁਤ ਅੱਛੀ ਕ੍ਰੈਡੀਬਿਲਿਟੀ ਹੈ ਉਹਨਾਂ ਦੀ, ਔਰ ਮੇਰਾ ਖਿਆਲ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਹ ਕੇਸ ਸਾਹਮਣੇ ਲਿਆਉਣਾ ਹੈਗਾ, ਜੇ ਉਹਦੇ ਵਿੱਚ ਤੱਥ ਹੈਗੇ ਨੇ, ਇਹਦੇ ਚ ਕੋਈ ਸ਼ੱਕ ਨਹੀਂ ਵੀ ਇਹ ਲੋਕ ਜਿਹੜੇ ਹੈਗੇ ਨੇ ਇਹਨਾਂ ਦੇ ਉੱਪਰ ਕੇਸ ਰਜਿਸਟਰ ਹੀ ਨਹੀਂ ਹੋਇਆ, ਇਹ ਪ੍ਰੋਸੀਕਿਊਟ ਵੀ ਹੋ ਸਕਦੇ ਨੇ। ਲੇਕਿਨ ਅਸਲੀਅਤ ਉਹਦੀ ਇਹ ਹੈ ਕਿ ਇਹ ਡਰਾਮਾ ਜਿਹਾ ਹੁੰਦਾ, ਕੁਝ 6 ਮਹੀਨੇ ਬਾਅਦ ਥੋੜੀ ਜਿਹੀ ਗੱਲ ਅਗਾਂਹ ਚੱਲਦੀ ਹੈ, ਉਸ ਤੋਂ ਬਾਅਦ ਜਾ ਕੇ ਉਹ ਫੇਰ ਰੁਕ ਜਾਂਦੀ ਹੈਗੀ, ਕਿਉਂਕਿ ਕਾਨੂੰਨ ਦੇ ਵਿੱਚ ਮੋਰੀਆਂ ਵੀ ਹੈਗੀਆਂ ਨੇ ਤੇ ਬਾਦਲ ਸਾਹਿਬ ਉਹਨਾਂ ਦੀ ਪਹੁੰਚ ਜਿਹੜੀ ਹੈਗੀ ਆ ਉਹ ਪੰਜਾਬ ਲੈਵਲ ਤੇ ਵੀ ਹੈਗੀ ਹੈ ਤੇ ਕੇਂਦਰ ਲੈਵਲ ਤੇ ਵੀ ਹੈਗੀ ਹੈ।
ਸੋ ਇਹ ਕਹਿ ਸਕਣਾ ਵੀ ਇਹ ਸੱਚੀ ਮੁੱਚੀ ਇਹਨਾਂ ਦਾ ਕੁਝ ਬਣੇਗਾ ਕਿ ਨਹੀਂ, ਆਸਾਰ ਜ਼ਰੂਰ ਨੇ। ਔਰ ਉੱਪਰੋਂ ਇਉਂ ਵੀ ਲੱਗਦਾ ਹੈ ਕਿ ਥੋੜਾ ਬਹੁਤਾ ਜਿਹੜਾ ਕੇਂਦਰ ਹੈ ਉਹ ਵੀ ਹੁਣ ਕਿਸੇ ਨਾ ਕਿਸੇ ਪੁਆਇੰਟ ਦੇ ਉੱਪਰ ਬਾਦਲਾਂ ਨਾਲ ਇਹੋ ਜਿਹਾ ਗੱਲ ਕਰਕੇ, ਕਿਉਂਕਿ ਅਗਲੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ, ਮੈਨੂੰ ਲੱਗਦੀ ਹੈ ਕੋਸ਼ਿਸ਼ ਹੋ ਸਕਦੀ ਹੈ ਉਹਨਾਂ ਦੀ ਆਪਣਾ ਇਮੇਜ ਇੰਪਰੂਵ ਕਰਨ ਵਾਸਤੇ। ਮਾਨ ਸਾਹਿਬ, ਦੋ ਗੱਲਾਂ, ਮੇਰੇ ਦੋ ਸਵਾਲ ਨੇ, ਸ਼ਾਇਦ ਤੁਸੀਂ ਇਹਨਾਂ ਤੇ ਟਿੱਪਣੀ ਕਰਨੀ ਚਾਹੋ ਕਿ ਜ਼ਾਹਿਰ ਹੈ ਕਿ ਇਹਦਾ ਸਿਆਸੀ ਲਾਹਾ ਜੇ ਸਰਕਾਰ ਅੱਗੇ ਤੁਰਦੀ ਆ, ਜੇ ਬਾਦਲਾਂ ਨੂੰ ਅਰੈਸਟ ਕਰਦੀ ਆ, ਸੀਨੀਅਰ ਬਾਦਲ ਜਾਂ ਜੂਨੀਅਰ ਬਾਦਲ ਨੂੰ, ਤੇ ਇਹਦਾ ਸਿਆਸੀ ਲਾਹਾ ਕਾਂਗਰਸ ਨੂੰ ਮਿਲ ਸਕਦਾ। ਪਰ ਇੱਕ ਫੀਲਿੰਗ ਇਹ ਵੀ ਆ, ਔਰ ਸ਼ਾਇਦ ਅਕਾਲੀ ਦਲ ਦੀ ਆਸ ਵੀ ਹੈ ਕਿ ਜੇ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਦੀ ਉਮਰ 90 ਸਾਲ ਤੋਂ ਜ਼ਿਆਦਾ ਵਾ, ਔਰ ਸੁਖਬੀਰ ਸਿੰਘ ਬਾਦਲ ਖਾਸ ਕਰਕੇ ਸੀਨੀਅਰ ਬਾਦਲ ਨੂੰ ਜੇ ਅਰੈਸਟ ਕੀਤਾ ਜਾਂਦਾ ਵਾ, ਤੇ ਇਹ ਗੱਲ ਕਾਂਗਰਸ ਤੇ ਉਲਟੀ ਵੀ ਪੈ ਸਕਦੀ ਆ, ਅਕਾਲੀ ਦਲ ਨੂੰ ਇਹਦਾ ਫਾਇਦਾ ਵੀ ਹੋ ਸਕਦਾ। ਤੁਹਾਨੂੰ ਕੀ ਲੱਗਦਾ? ਮੈਨੂੰ ਲੱਗਦੀ ਹੈ ਉਹ ਜਿਹੜਾ ਅਕਾਲੀ ਦਲ ਨਾਲ ਹਮਦਰਦੀ ਦੁਬਾਰਾ ਪੈਦਾ ਹੋਣ ਦਾ, ਉਹ ਬਹੁਤ ਵਾਰੀ ਇਹੋ ਜਿਹੀਆਂ ਗੱਲਾਂ ਹੋ ਚੁੱਕੀਆਂ ਨੇ, ਔਰ ਪੁਰਾਣੇ ਸਮੇਂ ਦੇ ਵਿੱਚ ਇਹ ਹੋਇਆ ਵੀ ਹੈ ਕਿ ਇਹਨਾਂ ਨੂੰ ਹਮਦਰਦੀ ਮਿਲ ਜਾਂਦੀ ਹੈਗੀ ਹੈ। ਮੇਰਾ ਆਪਣਾ ਅੰਦਾਜ਼ਾ ਇਹ ਹੈ ਕਿ ਹੁਣ ਉਹ ਹਮਦਰਦੀ ਇਹਨਾਂ ਨੂੰ ਨਹੀਂ ਮਿਲੂਗੀ। ਇਹਦਾ ਫਾਇਦਾ ਕਾਂਗਰਸ ਨੂੰ ਹੋਏਗਾ, ਲੇਕਿਨ ਕਾਂਗਰਸ ਕਿੰਨੀ ਕੁ ਡਿਟਰਮਿਨਡ ਹੈਗੀ ਹੈ ਇਸ ਗੱਲ ਨੂੰ ਕਰਨ ਵਾਸਤੇ, ਕਿਉਂਕਿ ਸਾਰਿਆਂ ਦੀ ਇੱਕ ਦੂਜੇ ਦੇ ਨਾਲ ਕਮਜ਼ੋਰੀਆਂ ਵੀ ਨੇ, ਹੈਲੋ ਸ਼ੈਲੋ ਵੀ ਚੱਲਦੀ ਹੈ, ਸੋ ਇਹ ਪਤਾ ਨਹੀਂ ਹੈ ਵੀ ਉਹ ਕਿੰਨੇ ਕੁ ਸੀਰੀਅਸ ਨੇ। ਮੈਨੂੰ ਲੱਗਦਾ ਕਿ ਉਹਦਾ ਕਾਂਗਰਸ ਨੂੰ ਫਾਇਦਾ ਹੋ ਸਕਦਾ ਜੇ ਉਹ ਪ੍ਰੋਸੀਕਿਊਟ ਹੋ ਜਾਣ ਤਾਂ। ਓਕੇ, ਥੈਂਕ ਯੂ ਮਾਨ ਸਾਹਿਬ, ਥੈਂਕ ਯੂ। ਕਾਂਗਰਸ ਨੂੰ ਇਹਦਾ ਡੈਫੀਨੇਟਲੀ ਫਾਇਦਾ ਹੋ ਸਕਦਾ ਵਾ, ਔਰ ਹੁਣ ਹਮਦਰਦੀ ਜਿਹੜੀ ਪੈਦਾ ਹੋਣ ਦੇ ਖਦਸ਼ੇ ਸਨ ਉਹ ਵੀ ਹੁਣ ਘੱਟ ਨੇ, ਕਿਉਂਕਿ ਇਹ ਕਈ ਵਾਰਾਂ ਇਹੋ ਜਿਹੇ ਕੰਮ ਕਰਕੇ ਹਮਦਰਦੀ ਉਹਨਾਂ ਨੇ ਲੈ ਲਈ ਆ, ਤੇ ਹੁਣ ਸ਼ਾਇਦ ਦੁਬਾਰਾ ਉਹਨਾਂ ਨੂੰ ਨਾ ਮਿਲੇ। ਰਵਿੰਦਰ ਸਿੰਘ ਸੋਢੀ ਹੁਣਾਂ ਦਾ ਵਿਚਾਰ ਹੈ ਫੇਸਬੁੱਕ ਦੇ ਉੱਪਰ ਕਿ ਦਿਖਾਵਾ ਜ਼ਿਆਦਾ ਹੋ ਰਿਹਾ, ਔਰ ਗਾਂ ਦੀ ਗਾਂ ਕਾਨੂੰਨੀ ਅੜਚਨਾ ਪੈਦਾ ਹੋ ਜਾਣਗੀਆਂ, ਕਾਨੂੰਨੀ ਦਾਅਪੇਚ ਵਿੱਚ ਇਹ ਕੇਸ ਜਿਹੜਾ ਵਾ ਉਲਝ ਸਕਦਾ ਵਾ, ਔਰ ਉਲਝ ਜਾਵੇਗਾ, ਇਹ ਉਹਨਾਂ ਦਾ ਵਿਚਾਰ ਆ। ਵਾਕਈ ਇਹ ਖਦਸ਼ਾ ਜ਼ਰੂਰ ਹੈ। ਇੱਕ ਹੋਰ ਸਕਾਲਰ ਸਾਡੇ ਨਾਲ ਇਸ ਵੇਲੇ ਲਾਈਨ ਦੇ ਉੱਪਰ ਨੇ, ਦੇਖਦੇ ਆ ਉਹਨਾਂ ਦਾ ਇਸ ਮਸਲੇ ਤੇ ਕੀ ਦ੍ਰਿਸ਼ਟੀਕੋਣ ਹੈ। ਹੈਲੋ। ਹਾਂਜੀ ਸੰਧੂ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਹਰਦੀਪ ਸਿੰਘ ਜੀ। ਹਾਂਜੀ ਸੰਧੂ ਸਾਹਿਬ, ਆਪਾਂ ਪਰਸੋਂ ਜਿਸ ਦਿਨ ਤੁਹਾਡੀ ਬੁੱਧਵਾਰ ਗੱਲ ਹੋਈ ਸੀ ਤਾਂ ਆਪਾਂ ਗੱਲ ਕੀਤੀ ਸੀ ਵੀ ਬਿਲਕੁਲ ਬੇਆਸ ਨਹੀਂ ਹੋਣਾ ਚਾਹੀਦਾ ਕਿਸੇ ਗੱਲ ਤੋਂ ਵੀ। ਇੱਕ ਨਵਾਂ ਐਵੀਡੈਂਸ ਤੁਹਾਡੇ ਸਾਹਮਣੇ ਆਇਆ ਵਾ, ਤੁਹਾਨੂੰ ਉਹਦੀ ਜਾਣਕਾਰੀ ਹੈ ਨਾ? ਨਹੀਂ ਮੈਂ ਦੱਸਾਂ ਤੁਹਾਨੂੰ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਹੈ ਜੀ, ਬਿਲਕੁਲ ਹੈ। ਬੇਨਤੀ ਇਹ ਹੈ ਵੀ ਇਹ ਉਦੋਂ ਅਜੇ ਨਹੀਂ ਸੀ ਆਇਆ ਜਦੋਂ ਆਪਾਂ ਇਹ ਗੱਲ ਕੀਤੀ ਸੀ, ਔਰ ਇੱਕ ਕਾਲਰ ਨੇ ਵੀ ਕਿਹਾ ਸੀ ਪੋਜ਼ਿਟਿਵ ਵਾਲੀ ਗੱਲ ਆ। ਚਿੱਠੀ ਹੈ। ਹਾਂਜੀ ਦੇਖੋ ਗੱਲ ਸੁਣੋ, ਕਿਸੇ ਚੀਜ਼ ਦੀ ਵੀ ਮੰਗ ਹੈ ਨਾ, ਉਹ ਮਤਲਬ ਜਦੋਂ ਰੱਖੀ ਜਾਵੇ ਉਦੋਂ ਹੀ ਉਹਦੇ ਤੇ ਗਾਂ ਗੱਲ ਹੁੰਦੀ ਆ। ਜੇ ਇਸ ਕੇਸ ਨੂੰ ਮੰਗ ਕਰਦੇ ਰਹੇ ਲੋਕ, ਕਰਦੇ ਰਹੇ, ਚਾਹੇ ਸੰਗਤੀ ਰੂਪ 'ਚ, ਚਾਹੇ ਸਰਕਾਰੀ ਰੂਪ 'ਚ, ਚਾਹੇ ਵਕੀਲ ਕਰਕੇ, ਚਾਹੇ ਜਿਵੇਂ ਵੀ, ਤੇ ਉਹ ਕਿਤੇ ਨਾ ਕਿਤੇ ਗੱਲ ਆ ਗਈ ਆ। ਹੁਣ ਗੱਲ ਇਹ ਹੁੰਦੀ ਆ ਵੀ ਕੇਸ ਦੇ ਵਿੱਚ ਸਾਹਮਣੇ ਕੌਣ ਹੈ ਵਰਸਸ ਮਤਲਬ ਇੱਕ ਪਾਸੇ ਇੱਕ ਪਬਲਿਕ ਦਾ ਬੰਦਾ, ਮੈਂ ਨਹੀਂ ਕਹਿੰਦਾ ਵੀ ਉਹ ਹੈ ਪਾਵਰ ਹੈ ਜਾਂ ਉਹ ਪਾਵਰ ਹੈ, ਜੋ ਵੀ ਆ ਮਤਲਬ ਉਹ ਠੀਕ ਹੈ, ਲੇਕਿਨ ਦੂਜੇ ਪਾਸੇ ਕੌਣ ਹੈ ਵੀ ਜਿਹਦਾ ਨਾਂ ਲੈ ਕੇ ਸਵੇਰੇ 8 ਅਰਬ ਬੰਦਾ ਸਵੇਰੇ ਉੱਠ ਕੇ ਤੇ ਉੱਠਦਾ, ਵੀ ਦੂਜੇ ਪਾਸੇ ਸਿੱਧੀ ਸਾਦੀ ਰੱਬ ਨਾਲ ਟੱਕਰ ਆ, ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਆ। ਤੇ ਆਪਾਂ ਇਹਦੇ ਤੋਂ ਬਿਲਕੁਲ ਬੇਮੁਖ ਨਾ ਹੋਈਏ, ਦਿਲ ਛੋਟਾ ਨਾ ਕਰੀਏ। ਇਹਦਾ ਫਾਇਦਾ ਚਾਹੇ ਅਕਾਲੀਆਂ ਨੂੰ ਮਿਲੇ, ਚਾਹੇ ਕਾਂਗਰਸ ਨੂੰ ਮਿਲੇ, ਡਜ਼ਨਟ ਮੈਟਰ, ਕੋਈ ਮਸਲਾ ਨਹੀਂਗਾ। ਮਸਲਾ ਤਾਂ ਇਹ ਹੈ ਵੀ ਗੱਲ ਸਾਹਮਣੇ ਆਉਣ ਦੇ ਨਾਲ, ਸਾਹਮਣੇ ਆਉਣ ਦੇ ਵਿੱਚ ਕੀ ਹੋਏਗਾ ਕਿ ਚਾਹੇ ਉਹਨਾਂ ਦੀ ਅਰੈਸਟ ਪੈਂਦੀ ਆ, ਚਾਹੇ ਨਹੀਂ ਪੈਂਦੀ, ਜੋ ਵੀ ਹੁੰਦਾ, ਲੇਕਿਨ ਇਸ ਵੇਲੇ ਇਹ ਪੋਜੀਸ਼ਨ ਹੈ ਕਿ ਜੇ ਇਸ ਕੇਸ ਦੇ ਵਿੱਚ ਕੱਖ ਨਹੀਂ ਨਾ ਹੁੰਦਾ ਤੇ ਜਿੱਦਾਂ 100 ਸਾਲ ਪਹਿਲਾਂ ਦੀ ਗੱਲ ਆ, 100 ਜਾਂ 102-4 ਸਾਲ, ਵੀ ਜਦੋਂ 1918-20 ਤੱਕ ਕਮਿਊਨਿਜ਼ਮ ਜਿਹਾ ਨਿਕਲਿਆ ਸੀ ਆ ਰਸ਼ੀਆ ਦੇ ਵਿੱਚ ਤੇ ਚਾਈਨਾ ਦੇ ਵਿੱਚ, ਇਹ ਲੋਕ ਆਏ ਸੀ ਨਾਸਤਿਕਤਾ। ਜੇ ਇਸ ਕੇਸ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਤੇ ਮਤਲਬ ਪੰਜਾਬ ਦੇ ਵਿੱਚ ਖਾਸ ਕਰਕੇ ਮੈਂ ਸਾਰੇ ਹਿੰਦੁਸਤਾਨ ਦਾ ਨਾਂ ਲਵਾਂ, ਨਾਸਤਿਕਤਾ ਦਾ ਆਲਮ ਫੈਲ ਸਕਦਾ। ਸੋ ਗੱਲ ਇਹ ਆ ਵੀ ਇਹ ਹੋਏਗਾ ਜ਼ਰੂਰ ਕੁਝ ਨਾ ਕੁਝ, ਕਿ ਕੁਦਰਤ ਨੇ, ਰੱਬ ਨੇ ਕਦੀ ਆਪਣੀ ਹੋਂਦ ਮਿਟਾਉਣੀ ਨਹੀਂ ਹੁੰਦੀ। ਤੇ ਮੈਂ ਤੇ ਬੜੇ ਪੱਕੇ ਲਫ਼ਜ਼ਾਂ ਦੇ ਵਿੱਚ ਇਹ ਕਹਿਣਾ ਵੀ ਇਸ ਚੀਜ਼ ਦਾ ਫਾਇਦਾ ਹੋਏਗਾ। ਮਿਹਰਬਾਨੀ, ਥੈਂਕ ਯੂ ਹਰਦੀਪ ਸਿੰਘ ਜੀ। ਬਿਲਕੁਲ ਸਪਸ਼ਟ ਵਿਚਾਰ ਨੇ,
ਪਿਛਲੇ ਸ਼ੋਅ ਦੇ ਵਿੱਚ ਵੀ ਉਹਨਾਂ ਨੇ ਇਹੋ ਹੀ ਕਿਹਾ ਸੀ ਔਰ ਹੁਣ ਨਵਾਂ ਐਵੀਡੈਂਸ ਦੇ ਨਾਲ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਆ ਰੀਇਟਰੇਟ ਕੀਤੇ ਆ। ਮੀਨਵਾਈਲ ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਕਿ ਇਹ ਸਭ ਕੁਝ ਨਿਰਭਰ ਇਸ ਗੱਲ ਉੱਪਰ ਆ ਵੀ ਅਗਲੀ ਸਰਕਾਰ ਕਿਹਦੀ ਬਣਦੀ ਹੈ। ਜੇ ਅਕਾਲੀ ਦਲ ਦੀ ਸਰਕਾਰ ਬਣੂਗੀ ਤੇ ਖੁਰਦ-ਪੁਰਦ ਹੋ ਸਕਦਾ, ਲੇਕਿਨ ਉਹ 2 ਸਾਲ ਬਾਅਦ ਦੀ ਗੱਲ ਆ। ਧਾਮੀ ਸਾਹਿਬ 2 ਸਾਲ ਦੇ ਵਿੱਚ ਕੀ ਹੁੰਦਾ ਉਹ ਬਹੁਤ, ਔਰ ਸ਼ਾਇਦ ਉਹਦੇ ਤੇ ਡਿਪੈਂਡ ਕਰਨਾ ਵੀ ਅਗਲੀ ਸਰਕਾਰ ਵੀ ਕਿਹਦੀ ਬਣਨੀ ਹੈ। ਅਰਸ਼ਦੀਪ ਸਿੰਘ ਬਾਜਵਾ ਕਹਿ ਰਹੇ ਨੇ 2022 ਦੀਆਂ ਚੋਣਾਂ ਨੇੜੇ ਹਨ ਤਾਂ ਹੀ ਇਹ ਮਸਲਾ ਫਿਰ ਉਠਾਇਆ ਜਾ ਰਿਹਾ ਵਾ। ਮੀਨਵਾਈਲ ਬੌਬੀ ਸਿੰਘ ਵੀ ਇਸ ਵੇਲੇ ਫੇਸਬੁੱਕ ਦੇ ਉੱਪਰ ਸਾਡੇ ਨਾਲ ਜੁੜੇ ਹੋਏ ਨੇ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਗੁਰਫਤਿਹ ਜੀ, ਕੌਣ ਬੋਲ ਰਹੇ? ਚਰਨ ਸਿੰਘ ਪ੍ਰੇਮਪੁਰਾ ਬੋਲਦਾ ਸੰਧੂ ਸਾਹਿਬ। ਹਾਂਜੀ ਹਾਂਜੀ ਪ੍ਰੇਮਪੁਰਾ ਜੀ, ਇੱਕ ਨਵਾਂ ਐਵੀਡੈਂਸ ਸਾਹਮਣੇ ਆਇਆ ਵਾ। ਸੀਨੀਅਰ ਬਾਦਲ ਔਰ ਜੂਨੀਅਰ ਬਾਦਲ ਦੋਵਾਂ ਨੂੰ SIT ਨੇ ਦੱਸਿਆ ਵਾ ਦੋਸ਼ੀ ਇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਔਰ ਗੋਲੀकांड ਦੇ ਕੇਸਾਂ ਦੇ ਵਿੱਚ। ਸਰ ਜੀ ਇਹ ਤੇ ਦੋਸ਼ੀ ਪਹਿਲਾਂ ਵੀ ਸਨ। ਨਹੀਂ, ਪਰ ਹੁਣ SIT ਨੇ ਦੋਸ਼ੀ ਕਹਿਤਾ ਨਾ ਉਹਨਾਂ ਨੂੰ। ਨਹੀਂ STIS ਜਦੋਂ ਦੀ ਇਹ ਕਾਂਗਰਸ ਸਰਕਾਰ ਆਈ ਇਹਨਾਂ ਕਿਹਾ ਸੀ ਗੁਟਕੇ ਦੀ ਸਹੁੰ ਖਾ ਕੇ ਵੀ ਅਸੀਂ ਇਹ ਬੇਅਦਬੀ ਨੇ ਕਾਂਗਰਸ ਸਰਕਾਰ ਲਿਆਂਦੀ ਹੈ ਜੀ। ਇਹ ਕੈਪਟਨ ਦਾ ਰਾਜ ਬਿਲਕੁਲ ਫੇਲ ਹੋ ਗਿਆ ਜੀ। ਹੁਣ ਇਹਨਾਂ ਕੋਲ ਕੋਈ ਚਾਰਾ ਨਹੀਂ ਹੈ, ਬੇਅਦਬੀ ਦਾ ਇਹਨਾਂ ਨੂੰ ਮੁੱਲ ਪਾਣਾ ਪੈਣਾ ਗਾਂ ਆਉਣ ਵਾਸਤੇ। ਥੋੜਾ ਸੱਚ ਇਹ ਵੀ ਪਤਾ ਇਹਨਾਂ ਨੂੰ ਸਾਰਾ ਸੀ ਕੌਣ ਦੋਸ਼ੀ ਜੀ। ਸਾਰੀ ਸਿਆਸੀ ਗੇਮ ਖੇਡਦੇ ਨੇ, ਕਿਸੇ ਨੂੰ ਧਰਮ ਨਾਲ ਕੋਈ ਵਾਸਤਾ ਨਹੀਂ ਜੀ। ਉਹ ਠੀਕ ਆ, ਲੇਕਿਨ ਕਾਗਜ਼ੀ ਰੂਪ ਦੇ ਵਿੱਚ, ਲਿਖਤੀ ਰੂਪ ਦੇ ਵਿੱਚ SIT ਦੇ ਮੈਂਬਰ ਵੱਲੋਂ ਸੈਸ਼ਨ ਜੱਜ ਨੂੰ ਲਿਖਣਾ ਕਿ ਇਹਨਾਂ ਦੇ ਇਸ ਅਫਸਰ ਨਾਲ ਨਜ਼ਦੀਕੀ ਸੰਬੰਧ ਆ CGM ਦੇ ਨਾਲ, ਉਹ CGM ਨੂੰ ਇਸ ਕੇਸ 'ਚੋਂ ਹਟਾਇਆ ਜਾਵੇ ਕਿਉਂਕਿ ਸੀਨੀਅਰ ਬਾਦਲ ਔਰ ਜੂਨੀਅਰ ਬਾਦਲ ਇਸ ਕੇਸ ਦੇ ਵਿੱਚ ਹੁਣ ਦੋਸ਼ੀ ਨੇ। ਅੱਗੇ ਉਹ ਵਿਟਨੈਸ ਸੀਗੇ ਔਰ ਹੁਣ ਦੋਸ਼ੀ ਨੇ। ਇਹ ਇੱਕ ਬਹੁਤ ਨਵੀਂ ਸੰਧੂ ਸਾਹਿਬ ਇਹ ਸਾਰਾ ਕੁਝ ਪਹਿਲਾਂ ਵੀ ਆਇਆ ਸੀ, ਆਪ ਹੀ ਹੋਲਡ ਕਰਾਂਦੀਆਂ ਸਰਕਾਰਾਂ। ਓਕੇ, ਇਹ ਤੁਹਾਨੂੰ ਸਾਨੂੰ ਨਹੀਂ ਪਤਾ ਲੱਗਦਾ ਸਰਕਾਰਾਂ ਕਿਦਾਂ ਗੇਮ ਖੇਡਦੀਆਂ। ਓਕੇ ਓਕੇ, ਕੈਪਟਨ ਸਰਕਾਰ ਬੁਰੀ ਤਰ੍ਹਾਂ ਫੇਲ ਹੈ। ਪਰ ਤੁਹਾਨੂੰ ਲੱਗਦਾ ਬੇਅਦਬੀ ਦਾ ਮੁੱਲ ਨਹੀਂ ਨਾ ਪਾਉਂਦੀ ਇਹਨਾਂ ਦਾ ਜਲੂਸ ਨਿਕਲ ਜਾਣਾ। ਪਰ ਤੁਹਾਨੂੰ ਲੱਗਦਾ ਵੀ ਬਾਦਲ ਜਿਹੜੇ ਸੀਨੀਅਰ ਬਾਦਲ ਔਰ ਜੂਨੀਅਰ ਬਾਦਲ ਦੇ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ? ਇਹ ਐਸੇ ਵਜ੍ਹਾ ਨਾਲ ਇਹਨਾਂ ਫਿਰ ਨਹੀਂ ਆਣਾ। ਜੇ ਨਹੀਂ ਕੱਸਦੇ ਤੇ ਇਹਨਾਂ ਦਾ ਬਾਦਲਾਂ ਦਾ ਹਾਲ ਹੋਣਾ। ਉਹ 15 ਦੇ ਟਿੱਕੇ ਨੇ, ਇਹਨਾਂ ਨੂੰ ਭਾਵੇਂ 10 ਬਣਾ ਮਿਲਣ। ਓਕੇ ਓਕੇ, ਸੋ ਇਹ ਸਭ ਕੁਝ ਡਿਪੈਂਡ ਕਰਦਾ ਵਾ ਇਸ ਕੇਸ ਦੇ ਉੱਪਰ ਔਰ ਇਸ ਕੇਸ ਦੇ ਉੱਤੇ ਡਿਪੈਂਡ ਕਰਦੀ ਹੈ ਅਗਲੀ ਸਰਕਾਰ ਬਣਨੀ। ਇਹ ਵੀ ਪ੍ਰੇਮਪੁਰਾ ਹੋਣਾ ਦਾ ਵਿਚਾਰ ਆ। ਬੌਬੀ ਸਿੰਘ ਕਹਿੰਦੇ ਨੇ ਕਿ ਉਹਨਾਂ ਨੂੰ ਲੱਗਦਾ ਵਾ ਕਿ ਕੈਪਟਨ ਸਾਹਿਬ ਨੂੰ ਸ਼ਾਇਦ ਰਾਤ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਉਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ, ਗੁਟਕਾ ਸਾਹਿਬ ਨੂੰ ਫੜ ਕੇ ਸਹੁੰ ਕੁਝ ਪ੍ਰੋਮਿਸ ਕੀਤੇ ਸੀ, ਵਾਅਦੇ ਕੀਤੇ ਸੀ ਔਰ ਉਹਦੇ ਕਰਕੇ ਉਹ ਮੁੱਖ ਮੰਤਰੀ ਬਣੇ ਨੇ। ਰਵਿੰਦਰ ਸਿੰਘ ਸੋਢੀ ਦਾ ਖਿਆਲ ਹੈ ਕਿ ਵਰਤਮਾਨ ਹਾਲਾਤ ਤੋਂ ਧਿਆਨ ਹਟਾਉਣ ਲਈ ਇਹ ਮੁੱਦਾ ਇੱਕ ਵਾਰ ਫਿਰ ਉਠਾਇਆ ਗਿਆ ਵਾ। ਆਮ ਜਨਤਾ ਕਾਂਗਰਸ ਤੋਂ ਉਕਤਾ ਚੁੱਕੀ ਹੈ ਕਿ ਸ਼ਾਇਦ ਲੋਕਾਂ ਦਾ ਵਿਸ਼ਵਾਸ ਜਿੱਤਣ ਵਾਸਤੇ ਇਹ ਮਸਲਾ ਦੁਬਾਰਾ ਚੁੱਕਿਆ ਗਿਆ। ਮੈਂ ਥੋੜ੍ਹੀ ਜਿਹੀ ਤੁਹਾਨੂੰ ਜਾਣਕਾਰੀ ਵੀ ਦੇਣੀ ਚਾਹੁੰਦਾ ਵਾਂ। ਪਿਛਲੇ ਹਫ਼ਤੇ 3 ਅਹਿਮ ਗ੍ਰਿਫਤਾਰੀਆਂ ਹੋਈਆਂ। ਗਰਾਜ ਦਾ ਮਾਲਕ, ਇੱਕ ਵਕੀਲ ਜਿਹਦੀ ਬੰਦੂਕ ਦੇ ਨਾਲ ਝੂਠਾ ਐਵੀਡੈਂਸ ਬਹਿਬਲ ਕਲਾਂ ਦੀ ਗੋਲੀकांड ਤੋਂ ਬਾਅਦ ਕ੍ਰੀਏਟ ਕੀਤਾ ਗਿਆ, ਜਿਸ ਗੋਲੀकांड ਦੇ ਵਿੱਚ 2 ਨੌਜਵਾਨਾਂ ਦੀ ਮੌਤ ਵੀ ਹੋਈ ਸੀ। ਉਸ ਤੋਂ ਪਹਿਲਾਂ ਜਿਹੜਾ ਕੋਟਕਪੂਰਾ 'ਚ ਫਾਇਰਿੰਗ ਹੋਈ ਸੀ ਉਸ ਕੇਸ ਦੇ ਵਿੱਚ ਉਦੋਂ ਦੇ SHO ਜਿਹੜੇ ਆ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ। ਇਸ ਤੋਂ ਇਲਾਵਾ SIT ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਫਰੀਦਕੋਟ ਸੈਸ਼ਨ ਜੱਜ ਨੂੰ ਕੱਲ ਇੱਕ ਚਿੱਠੀ ਲਿਖ ਕੇ ਕਿਹਾ ਵਾ ਕਿ ਇੱਕ ਜੁਡੀਸ਼ੀਅਲ ਅਫਸਰ ਨੇ ਹਰਵਿੰਦਰ ਸਿੰਘ ਸਿੰਧੀਆ, ਜਿਨ੍ਹਾਂ ਦੇ ਬਹੁਤ ਨਜ਼ਦੀਕੀ ਸੰਬੰਧ ਨੇ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਨਾਲ, ਔਰ ਉਹਨਾਂ ਨੂੰ ਹਰਵਿੰਦਰ ਸਿੰਘ ਸਿੰਧੀਆ ਨੂੰ ਇਸ ਕੇਸ ਦੀ ਪੈਰਵਾਈ ਤੋਂ ਦੂਰ ਰੱਖਿਆ ਜਾਵੇ। ਔਰ ਸੈਸ਼ਨ ਜੱਜ ਨੇ ਹਰਵਿੰਦਰ ਸਿੰਘ ਨੂੰ ਗਾਂ ਚਿੱਠੀ ਲਿਖ ਕੇ ਆਪਣੇ ਉਹਦੇ ਕਮੈਂਟਸ ਮੰਗੇ ਆ 29 ਤਰੀਕ ਤੱਕ। ਸੋ ਇੱਥੋਂ ਲੱਗਦਾ ਵਾ ਕਿ ਵਾਕਈ ਹੁਣ ਥੋੜੀ ਜਿਹੀ ਫਾਰਵਰਡ ਮੂਵਮੈਂਟ, ਅੱਗੇ ਕਾਰਵਾਈ ਹੋਣ ਜਾ ਰਹੀ ਆ ਔਰ ਸ਼ਾਇਦ ਇਹ ਵੀ ਲੱਗਦਾ ਵਾ ਕਿ ਸੀਨੀਅਰ ਬਾਦਲ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸ਼ਿਕੰਜਾ ਵੀ ਕੱਸਿਆ ਜਾ ਰਿਹਾ ਵਾ। ਔਰ ਜੇ ਇਹ ਕੱਸਿਆ ਜਾਂਦਾ ਵਾ ਤੇ ਪੰਜਾਬ ਦੀ ਸਿਆਸਤ ਦੀ ਡਾਇਨਾਮਿਕਸ ਬਦਲ ਜਾਂਦੀ ਆ ਔਰ ਇਸੇ ਕਰਕੇ ਆਪਾਂ ਇਸ ਮਸਲੇ ਦੇ ਉੱਪਰ ਅੱਜ ਵਿਚਾਰ ਵਟਾਂਦਰਾ ਕਰ ਰਹੇ ਹਾਂ। ਸਾਡੇ 2 ਨੰਬਰਸ ਨੇ ਜਿੱਥੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਦੇ ਸਕਦੇ ਜੇ। ਅਮਰੀਕਾ ਦਾ ਨੰਬਰ ਹੈ 7187753585 ਔਰ ਇੱਕ ਚੰਡੀਗੜ੍ਹ ਦਾ ਨੰਬਰ ਹੈ 47844001। ਜਿਹੜੇ ਹੁਣ ਤੱਕ ਕਾਲਰ ਆਏ ਆ ਉਹਨਾਂ ਨੇ ਇੱਛਾ ਜ਼ਾਹਿਰ ਕੀਤੀ ਹੈ, ਆਸ ਜ਼ਾਹਿਰ ਕੀਤੀ ਹੈ ਕਿ ਵਾਕਈ ਹੁਣ ਕੋਈ ਫਾਰਵਰਡ ਮੂਵਮੈਂਟ ਹੋ ਰਹੀ ਆ ਔਰ ਸ਼ਾਇਦ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਵਾ। ਲੇਕਿਨ
ਫੇਸਬੁੱਕ ਦੇ ਉੱਪਰ ਜਿਹੜੇ ਕਮੈਂਟਸ ਆਏ ਆ ਉੱਥੋਂ ਇਹ ਲੱਗਦਾ ਵਾ ਵੀ ਲੋਕਾਂ ਨੂੰ ਹਾਲੀ ਵੀ ਸ਼ੰਕਾਵਾਂ ਨੇ। ਉਹਨਾਂ ਨੂੰ ਲੱਗਦਾ ਵਾ ਕਿ ਇਹ ਵਰਤਮਾਨ ਹਾਲਾਤਾਂ ਤੋਂ ਧਿਆਨ ਹਟਾਉਣ ਲਈ ਇਹ ਕੀਤਾ ਜਾ ਰਿਹਾ ਵਾ, ਇਹ ਦਿਖਾਵਾ ਜ਼ਿਆਦਾ ਵਾ ਔਰ ਇਹਦੇ 'ਚ ਸਰਕਾਰ ਬਹੁਤੀ ਸੀਰੀਅਸ ਨਹੀਂ। ਇੱਥੇ ਅਸੀਂ ਰੁਕ ਰਹੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਵਾਸਤੇ। ਬ੍ਰੇਕ ਤੋਂ ਬਾਅਦ ਆਪਾਂ ਇਸ ਮਸਲੇ ਤੇ ਕਿ ਕੀ ਸੀਨੀਅਰ ਬਾਦਲ ਔਰ ਜੂਨੀਅਰ ਬਾਦਲ ਦੇ ਖਿਲਾਫ ਵਾਕਈ SIT ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸ਼ਿਕੰਜਾ ਕੱਸ ਰਹੀ ਹੈ, ਕੀ ਇਸ ਮਸਲੇ ਦੇ ਵਿੱਚ ਹੋਰ ਜਾਣਕਾਰੀ, ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਵਾ? ਤੁਹਾਡਾ ਇਹਦੇ ਤੇ ਕੀ ਵਿਚਾਰ ਹੈ? ਤੁਹਾਨੂੰ ਲੱਗਦਾ ਵਾ ਵੀ ਜੇ ਸੀਨੀਅਰ ਬਾਦਲ ਔਰ ਜੂਨੀਅਰ ਬਾਦਲ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਪੰਜਾਬ ਦੀ ਸਿਆਸੀ ਡਾਇਨਾਮਿਕਸ ਬਿਲਕੁਲ ਬਦਲ ਜਾਂਦੀ ਹੈ? ਇਹਦੇ ਤੇ ਤੁਹਾਡੇ ਕਮੈਂਟਸ ਵੀ ਸਾਂਝੇ ਕਰਾਂਗੇ, ਫੇਸਬੁੱਕ ਦੇ ਹੋਰ ਕਮੈਂਟਸ ਵੀ ਸਾਂਝੇ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। This program is sponsored by Prime Link Express, a Gurmeet Madi, Union Truck Stop, Bakersfield, Sukhi Kuman. ਟਰੱਕ ਡਰਾਈਵਰ ਵੀਰਾਂ ਦੀ ਭਰੋਸੇਮੰਦ ਅਰਲਿੰਗਟਨ ਫਿਊਲ ਸਟਾਪ ਇੰਟਰਸਟੇਟ 5 ਦੇ ਐਗਜ਼ਿਟ 208 ਅਰਲਿੰਗਟਨ ਵਾਸ਼ਿੰਗਟਨ ਸਟੇਟ ਅਤੇ ਕੈਲੀਫੋਰਨੀਆ ਵਿੱਚ ਲਾਸਟ ਹਿਲ ਟਰੈਵਲ ਸੈਂਟਰ ਰੂਟ 46 ਅਤੇ I-5 ਅਲੋਮਾ ਸਟਰੀਟ ਉੱਤੇ ਸਸਤਾ ਡੀਜ਼ਲ ਅਤੇ ਭਰੋਸੇਮੰਦ ਸਰਵਿਸ। ਔਖੇ ਸਮੇਂ ਤੇ ਆਪਣੇ ਡਰਾਈਵਰ ਭਰਾਵਾਂ ਦੇ ਨਾਲ ਮਦਦ ਲਈ ਖੜੇ ਹਾਂ। ਹਰ ਵੇਲੇ ਗੁੜ ਦੀ ਬਣਾਈ ਹੋਈ ਤਾਜ਼ੀ ਚਾਹ ਦਾ ਲੰਗਰ। ਵਧੇਰੇ ਜਾਣਕਾਰੀ ਲਈ ਬਲਵੀਰ ਸਿੰਘ ਉਸਮਾਨਪੁਰ ਨੂੰ ਕਾਲ ਕਰੋ। 2201 ਸਾਊਥ ਯੂਨੀਅਨ ਵਿਲੇਜ, ਬੇਕਰਸਫੀਲਡ, ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। 661 304 7500, 661 885 8858। ਸੁਹਾਗ ਜੁਐਲਰਸ, ਪੰਜਾਬੀਆਂ ਦਾ ਆਪਣਾ ਜੁਐਲਰੀ ਸਟੋਰ। ਵਿਆਹ, ਸ਼ਾਦੀ ਤੇ ਹੋਰ ਮੌਕਿਆਂ ਲਈ ਲੇਟੈਸਟ ਡਿਜ਼ਾਈਨ ਦੇ ਗਹਿਣੇ ਵਾਜਿਬ ਕੀਮਤ ਤੇ ਖਰੀਦਣ ਦੇ ਲਈ ਸੁਹਾਗ ਜੁਐਲਰਸ, ਓਕ ਟ੍ਰੀ ਰੋਡ, ਇਸਲਿਨ, ਨਿਊ ਜਰਸੀ। Call Surinder or Anu at 732-283-1200 or 732-283-3600। ਪੰਜਾਬੀਆਂ ਦਾ ਮਨ ਪਾਉਂਦਾ ਸਟੋਰ ਸੁਹਾਗ ਜੁਐਲਰਸ, 1367 Oak Tree Road, Islin, New Jersey। S&S Brokers Incorporation, New Jersey ਦੀ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕੰਪਨੀ, ਸਮੇਂ ਤੇ ਡਿਲੀਵਰੀ ਲਈ ਵਚਨਬੱਧ। ਕੰਪਨੀ ਦਾ ਤਜਰਬਾ ਕੰਪਨੀ ਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਗ੍ਰਾਹਕਾਂ ਦੀ ਸਹੂਲਤ ਲਈ ਸ਼ਿਪਿੰਗ ਦਰ ਵਿੱਚ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ। ਕੰਪਨੀ ਦਾ ਮਿਸ਼ਨ ਪ੍ਰੀਮੀਅਮ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 120 ਵੁੱਡ ਐਵਨਿਊ ਸਾਊਥ, ਸੂਟ 605, ਐਸਲਿਨ, ਨਿਊ ਜਰਸੀ 08830 ਅਤੇ ਕਾਲ ਕਰੋ 201 259 9223। ਇਹ ਵੀ ਇੱਕ ਰੱਬ ਦੇ ਬੰਦਿਆਂ ਦਾ ਘਰ ਹੈ, ਜਿੱਥੇ ਸਿਰਫ ਇੱਕ ਧਰਮ ਤੇ ਜਾਤ ਹੈ, ਇਨਸਾਨੀਅਤ, ਜਿੱਥੇ ਕੋਈ ਵੱਡਾ ਤੇ ਛੋਟਾ ਨਹੀਂ, ਜਿੱਥੇ ਖੁਸ਼ੀਆਂ ਇੱਕੋ ਜਿਹੀਆਂ ਵੰਡੀਆਂ ਜਾਂਦੀਆਂ ਨੇ। ਬੌਧਿਕਤਾ ਦਾ ਵਿਕਾਸ ਰੱਬ ਦੇ ਹੱਥ ਹੈ, ਪਰ ਰੱਬ ਦੇ ਜੀਆਂ ਦੀ ਸੰਭਾਲ ਤਾਂ ਬੰਦਾ ਹੀ ਕਰ ਸਕਦਾ ਹੈ। ਅਜਿਹੀ ਇੱਕ ਮਿਸਾਲ ਅਮਰੀਕਾ ਦੇ ਮੈਰੀਲੈਂਡ ਵਿਖੇ ਸੈਂਟਰ ਫॉर ਸੋਸ਼ਲ ਚੇਂਜ। ਵਿਜ਼ਿਟ or call. More information, Jesse Singh and Sajid Tarar. ਪੰਜਾਬੀਆਂ ਦੇ ਦਿਲ ਸਟਾਕਟਨ ਵਿਖੇ ਟਰੱਕ ਡਰਾਈਵਰ ਭਰਾਵਾਂ ਲਈ ਸਹੂਲਤਾਂ ਭਰਿਆ ਵੈਨਕੋ ਟਰੱਕ ਐਂਡ ਆਟੋ ਪਲਾਜ਼ਾ, ਜਿੱਥੇ ਟਰੱਕ ਡਰਾਈਵਰ ਵੀਰਾਂ ਲਈ ਸਸਤੇ ਅਤੇ ਭਰੋਸੇਮੰਦ ਰੇਟ ਤੇ ਡੀਜ਼ਲ ਅਤੇ ਹੋਰ ਸਮਾਨ 24 ਘੰਟੇ ਉਪਲਬਧ ਹੈ। ਟਰੱਕਾਂ ਨੂੰ ਪਾਰਕ ਕਰਨ ਤੇ ਡਰਾਈਵਰ ਵੀਰਾਂ ਵਾਸਤੇ ਆਧੁਨਿਕ ਤੇ ਸਾਫ਼ ਸੁਥਰੇ ਸ਼ਾਵਰ, ਖਾਣ ਪੀਣ ਦੇ ਤਾਜ਼ੇ ਫੂਡ ਦੀ ਸੁਵਿਧਾ, ਹਾਈਵੇ ਦੇ ਚਾਰਟਰ ਵੇ ਐਗਜ਼ਿਟ ਦੇ ਐਨ ਉੱਪਰ। ਵਧੇਰੇ ਜਾਣਕਾਰੀ ਲਈ ਮਲਕੀਤ ਸਿੰਘ ਬੋਪਾਰਾਏ ਨੂੰ ਹੇਠ ਲਿਖੇ ਨੰਬਰ ਤੇ ਕਾਲ ਕਰੋ।
ਕੈਲੀਫੋਰਨੀਆ ਤੋਂ ਸਾਊਥ ਈਸਟਰਨ ਤੱਕ, ਜਾਰਜੀਆ, ਫਲੋਰੀਡਾ, ਅਲਾਬਾਮਾ, ਮਿਸੀਸਿਪੀ, ਲੂਜ਼ੀਆਨਾ, ਟੈਕਸਸ ਸੂਬੇ ਤੱਕ ਸੁਰੱਖਿਅਤ ਪ੍ਰੋਡਿਊਸ ਨੂੰ ਰੀਫਰ ਸਰਵਿਸ ਰਾਹੀਂ ਸਹੀ ਸਮੇਂ ਪਹੁੰਚਾਉਣ ਵਾਲੀ ਪੰਜਾਬੀਆਂ ਦੀ ਮਾਣਮੱਤੀ ਕੰਪਨੀ ਪ੍ਰਾਈਮ ਲਿੰਕ ਐਕਸਪ੍ਰੈਸ, ਹੈੱਡ ਆਫਿਸ 825 ਨੇਵੀ ਡਰਾਈਵ, ਸਟਾਕਟਨ, ਕੈਲੀਫੋਰਨੀਆ 95206. For more information, call Gurmeet Malli. This program is sponsored by Prime Link Express, Gurmeet Madhi, Union Truck Stop, Bakersfield, Sukhi Kuman. ਵੈਲਕਮ ਬੈਕ। ਬ੍ਰੇਕ ਤੋਂ ਬਾਅਦ ਤੁਹਾਡਾ ਇਸ ਲਾਈਵ ਸ਼ੋਅ ਦੇ ਵਿੱਚ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਇੱਕ ਵਾਰ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਸਲੇ ਤੇ ਔਰ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀकांड, ਪੁਲਿਸ ਗੋਲੀकांड ਜਿਹੜੀ 2015 ਚ ਹੋਈ ਸੀ ਉਸ ਦੇ ਉੱਪਰ ਤਾਜ਼ੀ ਜਾਣਕਾਰੀ ਕੁਝ ਸਾਹਮਣੇ ਆਈ ਆ। ਔਰ ਤੁਹਾਨੂੰ ਕੀ ਲੱਗਦਾ ਵਾ ਕਿ ਇਹਦੇ 'ਚ ਸੀਨੀਅਰ ਬਾਦਲ ਔਰ ਜੂਨੀਅਰ ਬਾਦਲ ਦੇ ਖਿਲਾਫ ਕੀ ਸ਼ਿਕੰਜਾ ਕੱਸਿਆ ਜਾ ਰਿਹਾ ਵਾ? ਕਾਫੀ ਸੱਜਣ ਸਾਡੇ ਨਾਲ ਫੇਸਬੁੱਕ ਤੇ ਵੀ ਜੁੜ ਗਏ ਨੇ। ਗੁਰਪ੍ਰੀਤ ਸੇਖੋ ਬੰਟੂ, ਸੰਤੋਖ ਗਿੱਲ, ਜਸਵੰਤ ਸਿੰਘ ਸਿੱਧੂ ਤੇ ਸੁਰਿੰਦਰਪਾਲ ਸਿੰਘ, ਸੰਤੋਖ ਸਿੰਘ ਗਿੱਲ ਕਹਿ ਰਹੇ ਨੇ ਕਿ ਇਹਦੇ 'ਚ ਕੋਈ ਅਰੈਸਟ ਨਹੀਂ ਹੋਣੀ, ਇਹ ਉਹਨਾਂ ਦਾ ਵਿਚਾਰ ਆ। ਮੀਨਵਾਈਲ ਰਵਿੰਦਰ ਸਿੰਘ ਸੋਢੀ ਕਹਿ ਰਹੇ ਨੇ ਕਿ ਜੇ ਕਾਂਗਰਸ ਨੇ ਵੱਡੇ ਬਾਦਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਤਾਂ ਉਹਨਾਂ ਦੀ ਉਮਰ ਕਾਰਨ ਅਕਾਲੀ ਦਲ ਨੂੰ ਆਕਸੀਜਨ ਮਿਲ ਸਕਦੀ ਹੈ। ਸੁਖਬੀਰ ਬਾਦਲ ਦੀ ਗ੍ਰਿਫਤਾਰੀ ਨਾਲ ਬਹੁਤਾ ਫਰਕ ਨਹੀਂ ਪੈਣਾ। ਦੋਵਾਂ ਬਾਦਲਾਂ ਦੀ ਜਨਤਾ 'ਚ ਵੱਖਰਾ ਵੱਖਰਾ ਆਧਾਰ ਹੈ। ਉਹਨਾਂ ਦਾ ਖਿਆਲ ਹੈ ਕਿ ਕੈਪਟਨ ਸਾਹਿਬ ਇਹ ਗਲਤੀ, ਸ਼ਾਇਦ ਉਹਨਾਂ ਦਾ ਖਿਆਲ ਹੈ ਕਿ ਇਹ ਕੰਮ ਨਹੀਂ ਕਰਨਗੇ। ਮੇਜਰ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ। ਬੌਬੀ ਸਿੰਘ ਦਾ ਵੀ ਤਾਜ਼ਾ ਕਮੈਂਟ ਆਇਆ ਵਾ। DS ਬਿੱਲਾ ਮਨੀਆਣੀ ਔਰ ਮਨਜੀਤ ਸਿੰਘ ਹੁਣੇ ਵੀ ਸਾਡੇ ਨਾਲ ਫੇਸਬੁੱਕ ਦੇ ਉੱਪਰ ਜੁੜੇ ਨੇ। ਆਲਮੋਸਟ ਕਰੀਬ 17-18 ਕਮੈਂਟ ਸਾਡੇ ਫੇਸਬੁੱਕ ਤੇ ਆਏ ਆ। ਕੁਝ ਗਰਵ ਪੰਜਾਬ ਦੇ ਫੇਸਬੁੱਕ ਦੇ ਉੱਪਰ ਔਰ ਕੁਝ ਬਾਸ TV ਦੇ ਫੇਸਬੁੱਕ ਦੇ ਉੱਪਰ, ਕੁਝ ਮਿਲਾ ਕੇ ਆਲਮੋਸਟ ਕਰੀਬ 25-30 ਕਮੈਂਟ ਆ। ਮਨਜੀਤ ਸਿੰਘ ਕਹਿ ਰਹੇ ਨੇ ਕਿ ਕੈਪਟਨ ਕੁਝ ਨਹੀਂ ਕਰ ਰਹੇ, ਉਹ ਉਹਨਾਂ ਤੋਂ ਨਿਰਾਸ਼ ਨੇ। ਔਰ ਬੌਬੀ ਸਿੰਘ ਨੇ ਥੋੜਾ ਲੰਬਾ ਕਮੈਂਟ ਲਿਖਿਆ ਵਾ। ਉਹ ਕਹਿ ਰਹੇ ਨੇ ਕਿ ਧਰਮਰਾਜ ਜਦੋਂ ਲੇਖਾ ਮੰਗੂਗਾ ਉਦੋਂ ਕੀ ਜਵਾਬ ਦੇਣਗੇ ਕੈਪਟਨ ਸਾਹਿਬ? ਇਹ ਬੌਬੀ ਸਿੰਘ ਉਹਨਾਂ ਦਾ ਵਿਚਾਰ ਹੈ। ਚਲੋ ਜੀ, ਇਹ ਕੈਪਟਨ ਸਾਹਿਬ ਜਾਣਦੇ ਹੋਣੇ ਕੀ ਦੇਣਗੇ। ਮੀਨਵਾਈਲ ਪੰਧੇਰ, ਰਵਿੰਦਰਜੀਤ ਸਿੰਘ ਪੰਧੇਰ ਕਹਿ ਰਹੇ ਨੇ ਕਿ ਇਹਨਾਂ ਲੋਕਾਂ ਨੇ ਜਵਾਨੀਆਂ ਦਾ ਘਾਣ ਕਰਕੇ ਰਾਜ ਕਰਦੇ ਕਰਦੇ ਗੁਰੂ ਨੂੰ ਵੀ ਬਖਸ਼ਿਆ ਇਹਨਾਂ ਨੇ ਨਹੀਂ, ਔਰ ਇਹਨਾਂ ਨੂੰ ਇਹਦੇ ਵਾਸਤੇ ਭੁਗਤਣਾ ਪੈਣਾ ਵਾ। ਇਹ ਇਹਨਾਂ ਦਾ ਵਿਚਾਰ ਹੈ। ਮੈਂ ਇੱਕ ਵਾਰੀ ਫਿਰ ਦੱਸ ਦੇਵਾਂ ਕਿ ਤੁਹਾਨੂੰ ਪਤਾ ਹੀ ਆ ਕਿ 2015 ਦੇ ਵਿੱਚ ਬਹੁਤ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਾਕਿਆ ਹੋਏ ਸਨ, ਕੇਸਿਸ ਹੋਏ ਸਨ, ਔਰ ਉਹਦੇ ਨਾਲ ਲੋਕਾਂ ਦੇ ਵਿੱਚ ਬਹੁਤ ਰੋਸ ਸੀ, ਬਹੁਤ ਪੀੜ ਸੀ, ਔਰ ਲੋਕਾਂ ਨੇ ਥਾਂ ਥਾਂ ਮੁਜ਼ਾਹਰੇ ਕੀਤੇ। ਇੱਕ ਮੁਜ਼ਾਹਰਾ ਕੋਟਕਪੂਰਾ ਦੇ ਵਿੱਚ ਸੀ ਜਿਹਦੇ 'ਚ ਅਕਤੂਬਰ 2015 ਦੇ ਵਿੱਚ ਉੱਥੇ ਗੋਲੀ ਚਲਾਈ ਗਈ ਲੋਕਾਂ ਦੇ ਉੱਪਰ। ਕਿੰਨੇ ਗੋਲੀ ਦੇ ਹੁਕਮ ਦਿੱਤੇ ਇਹ ਅੱਜ ਤੱਕ ਕਲੀਅਰ ਨਹੀਂ ਹੋਇਆ। ਉਸ ਤੋਂ ਬਾਅਦ ਬਹਿਬਲ ਕਲਾਂ ਦੇ ਵਿੱਚ ਫਿਰ ਗੋਲੀ ਚਲਾਈ ਗਈ ਔਰ ਉਸ ਗੋਲੀकांड ਦੇ ਵਿੱਚ 2 ਨੌਜਵਾਨਾਂ ਦੀ ਮੌਤ ਵੀ ਹੋ ਗਈ ਸੀ। ਔਰ ਉਸ ਕੇਸ ਦੇ ਵਿੱਚ ਕੁਝ ਗ੍ਰਿਫਤਾਰੀਆਂ ਹੋਈਆਂ ਵਾ, ਲੇਕਿਨ ਆਮ ਫੀਲਿੰਗ ਆ ਕਿ ਇਹ ਗੋਲੀ ਦੇ ਹੁਕਮ ਸ਼ਾਇਦ ਚੰਡੀਗੜ੍ਹ ਤੋਂ ਸੀਨੀਅਰ ਅਧਿਕਾਰੀਆਂ ਵੱਲੋਂ ਦਿੱਤੇ ਗਏ, ਉਹਨਾਂ ਦੇ ਖਿਲਾਫ ਹਾਲੀ ਕਾਰਵਾਈ ਨਹੀਂ ਹੋਈ। ਕੁਝ ਲੋਕਾਂ ਦੇ ਖਿਲਾਫ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਵਾ, ਉਹਨਾਂ ਨੇ ਬੇਲ ਲਈ ਹੋਈ ਆ। ਲੇਕਿਨ ਹੁਣ ਸੀਨੀਅਰ ਪ੍ਰਕਾਸ਼ ਸਿੰਘ ਬਾਦਲ ਔਰ ਜੂਨੀਅਰ ਸੁਖਬੀਰ ਸਿੰਘ ਬਾਦਲ ਦਾ ਨਾਮ ਵੀ SIT ਨੇ ਬਤੌਰ ਐਕਿਊਜ਼ਡ ਇੱਕ ਚਿੱਠੀ ਦੇ ਵਿੱਚ ਲਿਖਿਆ ਵਾ। ਸੋ ਕੀ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ? ਕਿ ਉਹਨਾਂ ਦੀ ਗ੍ਰਿਫਤਾਰੀ ਨਾਲ ਪੰਜਾਬ ਤੇ ਸਿਆਸਤ 'ਤੇ ਕੀ ਅਸਰ ਪਵੇਗਾ? ਇਹਦੇ 'ਤੇ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ। ਮੀਨਵਾਈਲ ਅਰਸ਼ਦੀਪ ਸਿੰਘ ਬਾਜਵਾ ਹੁਣਾਂ ਦਾ ਵੀ ਤਾਜ਼ਾ ਕਮੈਂਟ ਸਾਡੇ ਫੇਸਬੁੱਕ ਤੇ ਉੱਪਰ ਆਇਆ, ਉਹ ਵੀ ਮੈਂ ਸਾਂਝਾ ਕਰਦਾ, ਪਰ ਉਸ ਤੋਂ ਪਹਿਲਾਂ ਮੈਂ ਇੱਕ ਕਾਲ ਲੈ ਲਵਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਸੰਧੂ ਸਾਹਿਬ ਜੀ, ਬਿੱਲਾ ਬੋਲ ਰਿਹਾ ਜੀ, USA। ਹਾਂਜੀ, DS ਬਿੱਲਾ ਮਨਿਆਣੀ। ਹਾਂਜੀ ਬਿੱਲਾ ਜੀ, ਕੀ ਕਹਿਣਾ ਚਾਹੋਗੇ? ਉਹ ਸਰ ਜੀ, ਇਹ ਬਾਦਲ ਤੇ ਦਰਬਾਰ ਸਾਹਿਬ ਤੇ ਅਟੈਕ ਕਰਾਉਣ ਤੇ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਉਣ ਵਾਲਾ, ਇਹਨੂੰ ਕੀ ਸਜ਼ਾ ਮਿਲਣੀ ਹੈ ਤੇ ਕਿੰਨੇ ਦੇਣੀ ਜੀ? ਇਹ ਤੇ ਐਵੇਂ ਖੇਡ ਜੀ, ਇਹ ਕੈਪਟਨ ਤੇ ਬਾਦਲ ਰਲ ਕੇ ਖੇਡਦੇ ਆ, ਕੁਝ ਨਹੀਂ ਹੋਣਾ ਜੀ। ਦੇਖ ਲਓ ਤੁਹਾਡੇ ਸਾਹਮਣੇ ਹੀ ਹੈ, ਤੁਸੀਂ ਵੀ ਉੱਥੇ ਹੀ ਰਹਿੰਦੇ। ਓਕੇ,
ਤੁਹਾਨੂੰ ਕਿਉਂ ਲੱਗਦਾ ਵੀ ਕੁਝ ਨਹੀਂ ਹੋਣਾ? ਜਿਹੜੀਆਂ ਨਵੀਆਂ ਗ੍ਰਿਫਤਾਰੀਆਂ ਹੋਈਆਂ ਇਹ ਤੋਂ ਦੁਬਾਰਾ ਬਾਅਦ ਆਸ ਨਹੀਂ ਜਾਗੀ ਤੁਹਾਨੂੰ? ਸਰ ਜੀ ਅੱਗੇ ਕਦੀ ਕੋਈ ਇਨਸਾਫ ਮਿਲਿਆ? ਪਹਿਲੇ ਕਦੀ? ਓਕੇ, ਸੋ ਕਿਉਂਕਿ ਹੁਣ ਤੱਕ ਇਨਸਾਫ ਨਹੀਂ ਮਿਲਿਆ ਤੇ ਹੁਣ ਵੀ ਇਨਸਾਫ ਨਹੀਂ ਮਿਲਣਾ, ਪਰ ਹੋ ਸਕਦਾ ਸਿਆਸੀ ਲਾਹਾ ਲੈਣ ਵਾਸਤੇ ਕੁਝ ਇਹੋ ਜਿਹਾ ਕੰਮ ਕਰਨ ਜਿਹਦੇ ਨਾਲ ਉਹਨਾਂ ਨੂੰ ਫਾਇਦਾ ਹੁੰਦਾ ਔਰ ਲੋਕਾਂ ਨੂੰ ਇਨਸਾਫ ਹੀ ਮਿਲਦਾ। ਸਰ ਜੀ ਇਹ ਸਿਆਸੀ ਲਾਹਾ ਲੈਂਦੀਆਂ ਦੋਵੇਂ ਪਾਰਟੀਆਂ, ਔਰ ਸਾਨੂੰ ਨਹੀਂ ਇਨਸਾਫ ਮਿਲਣਾ ਜਿੰਨੀਆਂ ਮਰਜ਼ੀ ਟੱਕਰਾਂ ਦੇ। ਓਕੇ ਮਿਹਰਬਾਨੀ ਬਿੱਲਾ ਜੀ, ਬਿਲਕੁਲ ਸਪਸ਼ਟ ਵਿਚਾਰ ਨੇ, ਕੋਈ ਇਨਸਾਫ ਨਹੀਂ ਮਿਲਣਾ, ਇਹ ਉਹਨਾਂ ਨੇ ਸਾਡੇ ਕਾਲ ਕਰਕੇ ਦੱਸਿਆ। ਅਰਸ਼ਦੀਪ ਸਿੰਘ ਬਾਜਵਾ ਨੇ ਇੱਕ ਟਿੱਪਣੀ ਕੀਤੀ ਹੈ ਫੇਸਬੁੱਕ ਦੇ ਉੱਪਰ ਕਿ ਕੋਈ ਬਹੁਤੀ ਆਸ ਨਹੀਂ, ਇੱਥੇ ਸੁੱਚਾ ਸਿੰਘ ਲੰਗਾ ਅਕਾਲੀ ਲੀਡਰ ਨੇ, ਉਹਨਾਂ ਵਰਗਿਆਂ ਦਾ ਠੋਸ ਸਬੂਤ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਖਿਲਾਫ। ਗੋਲੀ ਕਾਂਡ ਵਿੱਚ ਤਾਂ ਹਾਲੇ ਕੋਈ ਬਹੁਤੇ ਸਬੂਤ ਨਹੀਂ। ਅਰਸ਼ਦੀਪ ਜੀ, ਥੋੜ੍ਹਾ ਜਿਹਾ ਦੋਵਾਂ ਕੇਸਾਂ ਦੇ ਵਿੱਚ ਫਰਕ ਆ। ਉਹ ਮਸਲਾ ਇੱਕ ਪਰਸਨਲ ਮਸਲਾ ਸੀ ਔਰ ਦੂਸਰਾ ਉਸ ਮਸਲੇ ਦੇ ਵਿੱਚ ਜਿਹੜਾ ਮੁੱਖ ਗਵਾਹ ਸੀ ਉਹ ਮੁੱਕਰ ਗਿਆ। ਜੇ ਗਵਾਹੀ ਮੁੱਕਰ ਜਾਵੇ ਤੇ ਫਿਰ ਕਿਸੇ ਕੇਸ ਦੇ ਵਿੱਚ ਵੀ ਪੈਰਵਾਈ ਕਰਨੀ ਕਾਫੀ ਮੁਸ਼ਕਿਲ ਹੁੰਦੀ ਹੈ। ਖੈਰ, ਦੇਖਦੇ ਹਾਂ ਇਹਦੇ 'ਚ ਕਾਰਵਾਈ ਹੁੰਦੀ ਜਾਂ ਨਹੀਂ ਹੁੰਦੀ। ਦੇਖਦੇ ਹਾਂ ਸਾਡੇ ਹੁਣ ਅਗਲੇ ਸਾਡੇ ਜਿਹੜੇ ਦਰਸ਼ਕ ਨੇ, ਕਾਲਰ ਨੇ, ਉਹ ਇਸ ਮਸਲੇ ਤੇ ਕੀ ਟਿੱਪਣੀ ਕਰਨੀ ਚਾਹੁੰਦੇ ਆ, ਕੀ ਵਿਚਾਰ ਰੱਖਦੇ ਨੇ। ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਗੁਲਿੰਦਰ ਬੋਲ ਰਹੇ ਜੀ? ਹਾਂਜੀ ਵੀਰ ਜੀ। ਹਾਂਜੀ ਗੁਲਿੰਦਰ ਜੀ। ਵੀਰ ਜੀ, ਜਿਹੜਾ ਆਪਣਾ ਚੱਲ ਰਿਹਾ ਇਹ ਨਾ ਖੇਲ ਰਹੇ ਆ ਦੋਨੇ ਕੈਪਟਨ ਐਨ ਬਾਦਲ ਰਲ ਕੇ। ਹਾਂਜੀ ਗੱਲ ਇਹ ਵੀ ਚਲੋ ਬਾਦਲਾਂ ਨੇ ਤਾਂ ਸਾਰਿਆਂ ਦੁਨੀਆ ਨੂੰ ਪਤਾ, ਜਿਹੜਾ ਕੋਈ ਕਹਿੰਦੇ ਹਜ਼ਾਨੇ ਨੂੰ ਵੀ ਪਤਾ ਵੀ ਉਹਨਾਂ ਨੇ ਤਾਂ ਜੋ ਕ੍ਰਾਈਮ ਕਰਿਆ ਵੀ ਉਹਨਾਂ ਦੇ ਉਹ ਤਾਂ ਕਲਪਰੇਟ ਹੈਗੇ ਜੀ। ਪਰ ਜਿਹੜਾ ਆਪਣਾ ਡਿਲੇ ਕਰਕੇ ਆਪਣੇ ਕੈਪਟਨ ਸਾਹਿਬ ਇਹ ਚੀਜ਼ਾਂ ਇਹਨਾਂ ਨੂੰ ਬਚਾ ਰਹੇ ਆ ਜੀ। ਤੁਸੀਂ ਐਂਡ ਦੇਖੋ, ਜਿੰਨਾ ਚਿਰ ਜਾਂ ਤਾਂ ਉਹਨੂੰ ਫਾਰਮਲੀ ਇੰਡਾਈਟ ਕਰਨ, ਉਹਨਾਂ ਦੇ ਉੱਤੇ FIR ਦਰਜ ਕਰਕੇ ਵੀ ਆਹ ਇਨਫੋਰਮੇਸ਼ਨ ਹੈ, ਦੁਗਾਹ ਇਨਵੈਸਟੀਗੇਸ਼ਨ ਹੋਊਗੀ ਵੀ ਇਹਨਾਂ ਨੇ ਕੀ ਕਰਿਆ ਜੀ। ਹੁਣ ਉਹਨਾਂ ਨੇ ਕਹਿਤਾ ਜੀ ਇਹ ਵੀ ਵਿੱਚ ਦੋਸ਼ੀ ਨੇ, ਉਹ ਤਾਂ ਮੂੰਹ ਜਵਾਨੀ ਗੱਲਾਂ ਤਾਂ ਸਾਰੀ ਪਹਿਲਾਂ ਤੋਂ ਵੀ ਕਹਿੰਦੇ ਆ ਰਹੇ ਆ, ਪਰ ਲੱਗਦਾ ਨਹੀਂਗਾ। ਪਰ ਜੇ ਹੋ ਜੇ ਤਾਂ ਬੜੀ ਚੰਗਾ ਵੀ 10% ਚਾਂਸ ਆ, 90% ਚਾਂਸ ਆ ਵੀ ਇਹਨਾਂ ਨੇ ਗੱਲ ਜਿਹੜੇ ਛੋਟੇ ਬੰਦੇ ਆ ਉਹਨਾਂ 'ਚ ਘੁਮਾ ਕੇ ਇਹਨੂੰ ਫੜ ਲਿਆ, ਉਹਨੂੰ ਫੜ ਲਿਆ, ਕਿਹਦੀ ਬੰਦੂਕ ਸੀ, ਕਿੱਧਰ ਨੂੰ ਗਈ, ਇੱਥੇ ਗੱਲਾਂ ਕਰਕੇ ਬਾਕੀ ਕਹਿੰਦੇ ਡਿਲੇ ਜਸਟਿਸ ਡਿਨਾਈਡ ਜਸਟਿਸ। ਦੇਖੋ ਇਹਦੇ 'ਚ ਗੁਲਿੰਦਰ ਜੀ ਬਿਲਕੁਲ ਗੱਲਾਂ ਹੋ ਜਾਣੀਆਂ, ਬਿਲਕੁਲ ਠੀਕ ਹੈ, ਡਿਲੇਡ ਜਸਟਿਸ ਇਜ਼ ਡਿਨਾਈਡ ਜਸਟਿਸ। ਲੇਕਿਨ ਦੇਖੋ ਕਿਸੇ ਵੱਡੇ ਸ਼ਖਸ ਦੀ ਗ੍ਰਿਫਤਾਰੀ ਤੋਂ ਪਹਿਲਾਂ ਐਵੀਡੈਂਸ ਕ੍ਰੀਏਟ ਕਰਨਾ ਪੈਂਦਾ। ਮੈਂ ਮੰਨਦਾ ਵਾਂ ਕਿ ਬਹੁਤ ਜ਼ਿਆਦਾ ਦੇਰ ਹੋ ਗਈ, 5 ਸਾਲ ਨਹੀਂ ਲੱਗਦੇ ਕਿਸੇ ਐਵੀਡੈਂਸ ਇਕੱਠਾ ਕਰਨ ਨੂੰ। ਲੇਕਿਨ ਇਹਦੇ 'ਚ ਪਹਿਲਾਂ ਤੇ ਇਹ ਸਬੂਤ ਸਾਬਤ ਕਰਨਾ ਬਹੁਤ ਜ਼ਰੂਰੀ ਸੀ ਕਿ ਇਹ ਕੇਸ ਦੇ ਵਿੱਚ ਝੂਠਾ ਐਵੀਡੈਂਸ ਕ੍ਰੀਏਟ ਕੀਤਾ ਗਿਆ। ਉਹ ਹੁਣ ਬਿਲਕੁਲ ਸਾਬਤ ਹੋ ਗਿਆ। ਕੋਟਕਪੂਰੇ ਦੇ ਵਿੱਚ ਵੀ ਝੂਠਾ ਐਵੀਡੈਂਸ ਕ੍ਰੀਏਟ ਕੀਤਾ ਗਿਆ, ਜਿਹਦੇ 'ਚ ਉਦੋਂ ਦੇ SHO ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾਂ ਬਹਿਬਲ ਕਲਾਂ ਦੇ ਵਿੱਚ ਜਿਹੜੀ ਪੁਲਿਸ ਨੇ ਆਪਣੀ ਜਿਪਸੀ ਤੇ ਗੋਲੀਆਂ ਚਲਾਈਆਂ, ਉਹ ਹੁਣ ਕਲੀਅਰ ਹੋ ਗਿਆ ਕਿ ਉਹ ਬਾਅਦ ਦੇ ਵਿੱਚ ਕਿਸੇ ਦੇ ਘਰ ਜਾ ਕੇ, ਗਰਾਜ ਦੇ ਵਿੱਚ ਜਾ ਕੇ ਪ੍ਰਾਈਵੇਟ ਬੰਦੂਕ ਨਾਲ ਪੁਲਿਸ ਨੇ ਆਪਣੀ ਗੱਡੀ ਤੇ ਗੋਲੀਆਂ ਚਲਾਈਆਂ। ਇਹਦੇ ਲਈ ਕੌਣ ਜ਼ਿੰਮੇਵਾਰ ਆ? ਉਹ ਬੰਦੇ ਫੜੇ ਗਏ, ਲੇਕਿਨ ਉਹਨਾਂ ਨੂੰ ਹੁਕਮ ਕਿਹਨੇ ਦਿੱਤੇ, ਕਿਹਨੂੰ ਬਚਾਉਣ ਵਾਸਤੇ ਕੀਤਾ ਗਿਆ, ਉਹਦੇ ਵੱਲ ਨੂੰ ਹੁਣ ਹੌਲੀ ਹੌਲੀ ਇੰਜ ਲੱਗ ਰਿਹਾ ਵਾ ਵੀ ਕੇਸ ਵੱਧ ਰਿਹਾ। ਮੈਂ ਮੰਨਦਾ ਵਾਂ ਕਿ ਇਹੋ ਜਿਹੇ ਕੇਸ ਦੀ ਪੈਰਵਾਈ ਵਾਸਤੇ ਬਿਲਕੁਲ ਕਲੀਨਿਕਲ, ਜਿਹਨੂੰ ਡਾਕਟਰੀ ਭਾਸ਼ਾ ਦੇ 'ਚ ਆਪਾਂ ਕਹਿੰਦੇ ਨਾ, ਕਲੀਨਿਕਲੀ ਇਹ ਕੇਸ ਨੂੰ ਅੱਗੇ ਵਧਣਾ ਪਊਗਾ। ਔਰ ਇੰਜ ਲੱਗ ਰਿਹਾ ਵਾ ਵੀ ਹੌਲੀ ਹੌਲੀ ਸ਼ਾਇਦ SIT ਉਸੇ ਤਰੀਕੇ ਨਾਲ ਅੱਗੇ ਵਧ ਰਹੀ ਹੈ। ਹਾਂਜੀ ਗੁਲਿੰਦਰ ਜੀ। ਹਾਂਜੀ ਵੀਰ ਜੀ, ਗੱਲ ਮੈਂ ਤੁਹਾਡੀ ਨਾਲ ਸਹਿਮਤ ਹਾਂ, ਪਰ ਗੱਲ ਇਹ ਨਾ ਵੀ ਜਿਉਂ ਜਿਸ ਢੰਗ ਨਾਲ ਵੀ ਜੇ ਐਵੀਡੈਂਸ ਇਕੱਠੇ ਵੀ ਕਰਨੇ ਹੋਣ ਤਾਂ ਉਹਨੂੰ ਕਿਸੇ ਵੀ ਕੇਸ ਵਿੱਚ, ਜਿਵੇਂ ਹੁਣ ਆਪਾਂ ਦੇਖਦੇ ਹਾਂ ਜਿਵੇਂ ਬਾਹਰਲੇ ਇੱਥੇ ਮੁਲਕਾਂ ਵਿੱਚ ਅਮਰੀਕਾ ਵਿੱਚ ਸਿਸਟਮ ਚੱਲਦੇ ਆ ਜੀ, ਜੇ ਇਹਨਾਂ ਨੇ ਇਕੱਠੇ ਕਰਨੇ ਹੋਣ ਐਵੀਡੈਂਸ, ਉਹਨੂੰ 5-4 ਸਾਲ ਨਹੀਂ ਲੱਗਦੇ ਹੁੰਦੇ। ਨਹੀਂ, ਉਹ ਤਾਂ ਠੀਕ ਹੈ, ਬਿਲਕੁਲ ਗੱਲ ਠੀਕ ਹੈ। ਹਾਂਜੀ, ਕਿਉਂਕਿ ਇੱਕ ਬੰਦੇ ਤੋਂ ਫੜ ਕੇ ਜੇ ਉਹ ਬੰਦਾ ਦੱਸਦਾ ਨਹੀਂਗਾ, ਉਹਨੂੰ ਐਡੀ ਕਿੱਡੀ ਗੱਲ ਵੀ ਬੰਦਾ ਨੇ ਆਪਣੀ ਜਾਨ ਬਚਾਉਣ ਦੀ ਖਾਤਰ, ਖਾਸ ਕਰਕੇ ਇੰਡੀਆ ਵਿੱਚ ਤਾਂ ਬੰਦੇ ਮੈਂ 2 ਮਿੰਟ ਤੋਂ ਪਹਿਲਾਂ ਦੱਸਦੇ ਭਾਈ ਮੈਨੂੰ ਤਾਂ ਫਲਾਣੇ ਨੇ ਕਿਹਾ ਸੀ। ਦੂਸਰੀ ਗੱਲ ਇਹ ਵੀ ਹੈ ਵੀ ਐਵੀਡੈਂਸ ਖਤਮ ਵੀ ਹੋ ਜਾਂਦਾ ਜੇ ਕੋਈ ਬੰਦਾ ਹੀ ਨਾ ਰਵੇ ਜਿਹੜਾ ਇੰਪੋਰਟੈਂਟ ਐਵੀਡੈਂਸ ਆ, ਤੇ ਫਿਰ ਉਹ ਆਬਵੀਅਸਲੀ ਕੇਸ ਵੀਕ ਹੋ ਗਿਆ। ਹਾਂਜੀ, ਇਹੀ ਤਾਂ ਜਿਹੜੀਆਂ ਆਪਾਂ ਸਾਰੇ ਇੰਡੀਆ ਦੇ ਵਿੱਚ ਜਿੰਨੇ ਵੀ ਕੇਸ ਚੱਲਦੇ ਆ ਸਾਰੇ ਦੇਖੋ, ਜਿਹੜੀ ਸਥਿਤੀ ਚ ਸਾਰੀ ਰਲੀ ਭੁਗਤੀ ਚ ਵੱਡੇ ਬੰਦੇ ਇਨਵੋਲਵ ਹੁੰਦੇ ਆ, ਉਹਨੂੰ ਡਿਲੇ ਇੰਨਾ ਕਰਨਾ ਮੋਰ ਦਾ ਜਿੰਨੇ ਉਹਦੇ ਵਿੱਚ ਜਦੋਂ ਕੀ ਹੁੰਦੇ ਆ ਵਿਟਨੈਸ,
ਜਾਂ ਉਹ ਮਰ ਜਾਂਦੇ ਆ ਜਾਂ ਉਹਨਾਂ ਦੀ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਂਦੀ ਜਾਂ ਇਹ ਲੋਕ ਉਹਨਾਂ ਨੂੰ ਖਤਮ ਕਰਵਾ ਦਿੰਦੇ ਆ। ਜੀ ਜੀ ਇਹੀ ਕਰ ਵੀ ਦੈਟਸ ਵਾਟ ਦੇ ਟੇਕਿੰਗ ਟਾਈਮ ਮੋਰ ਦੈਨ ਹੋਪਫੁਲੀ ਵੀ ਪ੍ਰਮਾਤਮਾ ਦਾ ਤੇ ਘਰ ਨਾਲ ਏਡੀ ਵੱਡੀ ਇਹਨਾਂ ਨੇ ਜ਼ਿਆਦਤੀ ਕਰੀ, ਇਹਨਾਂ ਨੂੰ ਕੁਝ ਹੋਵੇ ਪਰ ਇਹਨਾਂ ਦੀਆਂ ਚਾਲਾਂ ਤੋਂ ਨਹੀਂ ਲੱਗਦਾ ਇਹਨਾਂ ਨੇ ਕੁਝ। ਸੋ ਤੁਹਾਨੂੰ ਲੱਗਦਾ ਫਿਰ ਇਹਦੇ ਲਈ ਇੱਕ ਵੱਖਰੀ ਤਰ੍ਹਾਂ ਦੀ ਸਰਕਾਰ ਆਊਗੀ ਤਾਂ ਦੀ ਕਾਰਵਾਈ ਹੋਊ ਫਿਰ? ਇਹ ਤਾਂ ਜੀ ਤੁਹਾਨੂੰ ਮੈਂ ਪਿਛਲੀ ਦਫਾ ਵੀ ਕਿਹਾ ਜੀ ਸਿਰਫ ਜਿਹੜੀ ਕਿ ਤੁਸੀਂ ਪਾਰਟੀ 'ਚ ਹੁਣ ਬੈਠੋ ਜਾਂ ਤੁਸੀਂ ਜਿਹੜਾ ਤੀਸਰਾ ਬਦਲ ਕੋਈ ਬਣਾਉਂਦੇ ਆ ਪੰਜਾਬ 'ਚ ਫਿਰਦੇ ਆ, ਸਿਰਫ ਉਹਨਾਂ ਤੋਂ ਡਰਦੇ ਆ। ਉਹ ਹੋਰ ਇਹਨਾਂ ਦਾ ਕੋਈ ਵੀ ਏਜੰਡਾ ਨਹੀਂ, ਉਹਨਾਂ ਦੋਨਾਂ ਚੀਜ਼ਾਂ ਨੂੰ ਬਾਹਰ ਰੱਖਣ ਦਾ ਏਜੰਡਾ। ਬਾਕੀ ਆਪਸ 'ਚ ਰਲੇ ਹੋਏ ਆ ਤੇ ਇਹਨਾਂ ਨੂੰ ਸਪੇਸ ਆਪਣੇ ਨੂੰ ਦੇ ਰਿਹਾ ਕੈਪਟਨ ਮੋੜ ਕੇ ਬਾਦਲ ਹੋਣਾ ਨੂੰ ਵੀ ਤੁਸੀਂ ਆਪਣੀ ਕਿਵੇਂ ਨਾ ਕਿਵੇਂ ਉੱਪਰ ਲੈ ਕੇ ਆਓ ਆਪਣੇ ਆਪ ਨੂੰ, ਕਿਉਂਕਿ ਹੁਣ ਪਤਾ ਕੈਪਟਨ ਨੂੰ ਪਤਾ ਮੈਨੂੰ ਤਾਂ ਵੋਟਾਂ ਪਾਉਣੀਆਂ ਨਹੀਂ ਹੈ ਲੋਕਾਂ ਨੇ। ਰਾਈਟ ਮਿਹਰਬਾਨੀ। ਦੈਟਸ ਵਾਟ ਦ ਮੇਨ ਪਲਾਨ ਇਜ਼। ਉਹ ਤੁਸੀਂ ਕਿਦਾਂ ਕਾਊਂਟਰ ਕਰਨਾ ਤੁਸੀਂ ਦੇਖੋ। ਥੈਂਕ ਯੂ ਗੁਰਿੰਦਰ ਜੀ। ਇੰਜ ਲੱਗ ਰਿਹਾ ਵਾ ਕਿ ਬਹੁਤ ਸਾਰੇ ਸਾਡੇ ਜਿਹੜੇ ਕਾਲਰ ਨੇ ਉਹਨਾਂ ਤੋਂ ਇਹਨਾਂ ਤੋਂ ਕੋਈ ਬਹੁਤੀ ਆਸ ਨਹੀਂ ਔਰ ਉਹ ਤੀਜੇ ਬਦਲ ਦੀ ਭਾਲ ਦੇ ਵਿੱਚ ਨੇ। ਅਗਲੇ ਦਿਨਾਂ ਦੇ ਵਿੱਚ ਆਪਾਂ ਤੀਜੇ ਬਦਲ ਦੇ ਉੱਤੇ ਵੀ ਗੱਲ ਕਰਾਂਗੇ ਡਿਟੇਲ ਦੇ ਵਿੱਚ ਕਿ ਕੀ ਤੀਜਾ ਬਦਲ ਜਿਹੜਾ ਵਾ ਉਹ ਹੋਣ ਦੇ ਵਿੱਚ ਆ ਸਕਦਾ ਵਾ ਅਗਲੀਆਂ ਚੋਣਾਂ ਤੋਂ ਪਹਿਲਾਂ। ਇਹਦੇ ਤੇ ਆਪਾਂ ਕਿਸ ਦਿਨ ਡਿਟੇਲ ਦੇ ਵਿੱਚ ਗੱਲ ਕਰਾਂਗੇ। ਕਾਫੀ ਕਮੈਂਟ ਸਾਡੇ ਫੇਸਬੁੱਕ ਦੇ ਉੱਪਰ ਵੀ ਆਏ ਆ। ਬਲਜੀਤ ਕੌਰ ਵੀ ਸਾਡੇ ਨਾਲ ਜੁੜ ਗਏ ਨੇ, ਬਹੁਤ ਚੰਗਾ ਲੱਗਾ ਕਿਉਂਕਿ ਬਹੁਤ ਘੱਟ ਲੇਡੀਜ਼ ਇਹਨਾਂ ਕਾਲ ਇਨ ਸ਼ੋਜ਼ ਦੇ ਵਿੱਚ ਹਿੱਸਾ ਲੈਂਦੀਆਂ ਵਾ। ਉਹ ਸਮਾਜ ਦਾ ਬਰਾਬਰ ਦਾ ਹਿੱਸਾ ਵਾ, ਸੁਪੀਰੀਅਰ ਇਨਫੈਕਟ ਸੈਕਸ ਨੇ। ਸੋ ਅਸੀਂ ਆਸ ਕਰਦੇ ਹਾਂ ਕਿ ਉਹ ਵੀ ਬਰਾਬਰ ਦਾ ਇਹਨਾਂ ਸ਼ੋਜ਼ ਦੇ ਵਿੱਚ ਹਿੱਸਾ ਲੈਣ। ਰਵਿੰਦਰ ਸਿੰਘ ਸੋਢੀ ਕਹਿ ਰਹੇ ਨੇ ਕਿ ਜੇ ਬਾਦਲ ਸਾਹਿਬ ਅਤੇ ਕੈਪਟਨ ਸਾਹਿਬ ਦਾ ਫਰੈਂਡਲੀ ਮੈਚ ਨਾ ਹੋਵੇ ਤਾਂ ਪਿਛਲੀਆਂ ਚੋਣਾਂ ਵਿੱਚ ਲੰਬੀ ਤੋਂ ਕੈਪਟਨ ਸਾਹਿਬ ਨੂੰ ਚੋਣ ਲੜਨ ਦੀ ਕੀ ਜ਼ਰੂਰਤ ਸੀ। 2-3 ਥਾਵਾਂ ਤੇ ਹੋਇਆ ਜੀ ਇਸ ਤਰ੍ਹਾਂ, ਲੰਬੀ 'ਚ ਹੀ ਹੋਇਆ, ਜਲਾਲਾਬਾਦ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਹੋਇਆ ਵਾ। ਸੋ ਰਵਿੰਦਰ ਸਿੰਘ ਸੋਢੀ ਵੀ ਇਹ ਜਿਹੜਾ ਫਰੈਂਡਲੀ ਮੈਚ ਦੀ ਹੀ ਗੱਲ ਕਰ ਰਿਹਾ। ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਕਿ ਕੰਵਰ ਵਿਜੇ ਪ੍ਰਤਾਪ ਜਿਹੜੇ SIT ਦੇ ਮੈਂਬਰ ਨੇ ਔਰ ਬਹੁਤ ਸਰਗਰਮ ਮੈਂਬਰ ਨੇ, ਉਹ ਹੀ ਇਜ਼ ਅ ਮੈਨ ਆਫ ਇੰਟੈਗ੍ਰਿਟੀ ਔਰ ਉਹਨਾਂ ਤੋਂ ਬਹੁਤ ਆਸ ਆ। ਮੈਂ ਤੁਹਾਨੂੰ ਸਤਨਾਮ ਸਿੰਘ ਧਾਮੀ ਜੀ ਇਹ ਵੀ ਦੱਸ ਦੇਵਾਂ ਕਿ ਕੰਵਰ ਵਿਜੇ ਪ੍ਰਤਾਪ ਨੇ ਜਿਹੜੀ ਕੱਲ੍ਹ ਚਿੱਠੀ ਲਿਖੀ ਆ ਉਸ ਤੋਂ ਪਹਿਲਾਂ ਉਹਨਾਂ ਨੇ ਇਹਨੂੰ ਲੀਗਲੀ ਕਾਨੂੰਨੀ ਤੌਰ ਤੇ ਇਹਨੂੰ ਚੰਗੀ ਤਰ੍ਹਾਂ ਕੋਖਿਆ ਵਾ। ਇਹ ਮੈਨੂੰ ਪਰਸਨਲ ਜਾਣਕਾਰੀ ਇਸ ਦੀ ਔਰ ਉਹਨਾਂ ਨੇ ਲੀਗਲ ਰਾਏ ਵੀ ਲਈ ਆ, ਲੀਗਲ ਜਿਹੜੇ ਮਾਹਰ ਨੇ ਉਹਨਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਵਾ ਔਰ ਉਸ ਤੋਂ ਬਾਅਦ ਉਹਨਾਂ ਨੇ ਇਹ ਕਾਰਵਾਈ ਕੀਤੀ ਆ। ਬੌਬੀ ਸਿੰਘ ਕਹਿ ਰਹੇ ਨੇ ਕਿ ਉਹ ਗੁਲਿੰਦਰ ਗਿੱਲ ਹੋਣਾ ਨਾਲ ਸਹਿਮਤ ਨੇ ਕਿ ਕੋਈ ਬਹੁਤੀ ਆਸ ਨਹੀਂ ਕਿਉਂਕਿ ਇਹ ਫਰੈਂਡਲੀ ਮੈਚ ਚੱਲ ਰਹੇ ਨੇ। ਮੈਂ ਇੱਕ ਵਾਰੀ ਫਿਰ ਦੱਸ ਦੇਵਾਂ ਕਿਉਂਕਿ ਅੱਜ ਆਪਾਂ ਅੱਜ ਦੇ ਇਹ ਮਸਲਾ ਦੁਬਾਰਾ ਵਿਚਾਰ ਰਹੇ ਹਾਂ। ਪਿਛਲੇ ਸ਼ੋਅ ਦੇ ਵਿੱਚ ਵੀ 2 ਦਿਨ ਪਹਿਲਾਂ ਵਿਚਾਰਿਆ ਸੀ, ਅੱਜ ਆਪਾਂ ਦੁਬਾਰਾ ਇਸ ਕਰਕੇ ਵਿਚਾਰ ਰਹੇ ਹਾਂ ਕਿਉਂਕਿ ਥੋੜ੍ਹਾ ਜਿਹਾ ਨਵਾਂ ਐਵੀਡੈਂਸ ਆਇਆ ਵਾ ਔਰ ਪਿਛਲੇ ਹਫ਼ਤੇ ਤੋਂ ਦੁਬਾਰਾ ਇਨਸਾਫ ਦੀ ਆਸ ਜਾਗੀ ਆ। ਸਿਰਫ ਇਨਸਾਫ ਦੀ ਆਸ ਨਹੀਂ, ਇਹ ਵੀ ਲੱਗਦਾ ਵਾ ਕਿ ਜਿਹੜੇ ਸੀਨੀਅਰ ਮੈਂਬਰ ਸਨ, ਅਧਿਕਾਰੀ ਸਨ, ਜਿਹੜੇ ਸੀਨੀਅਰ ਸਿਆਸੀ ਲੀਡਰ ਸਨ, ਸੀਨੀਅਰ ਪੁਲਿਸ ਅਫਸਰ ਸਨ, ਉਹਨਾਂ ਵੱਲ ਨੂੰ ਹੁਣ ਸ਼ੱਕ ਦੀ ਸੂਈ ਜਿਹੜੀ ਆ ਉਹ ਜਾਣੀ ਸ਼ੁਰੂ ਹੋ ਗਈ ਆ। 3 ਅਹਿਮ ਗ੍ਰਿਫਤਾਰੀਆਂ ਹੋਈਆਂ, ਆਪਾਂ ਵੇਖਿਆ ਹੀ ਆ ਕਿ 3 ਕਿਹੜੀਆਂ ਗ੍ਰਿਫਤਾਰੀਆਂ ਹੋਈਆਂ ਔਰ ਉਸ ਤੋਂ ਬਾਅਦ ਕੱਲ੍ਹ ਕੁੰਵਰ ਵਿਜੇ ਪ੍ਰਤਾਪ ਸਿੰਘ SIT ਦੇ ਮੈਂਬਰ ਨੇ ਫਰੀਦਕੋਟ ਦੇ ਸੈਸ਼ਨ ਜੱਜ ਨੂੰ ਇੱਕ ਚਿੱਠੀ ਲਿਖੀ ਆ ਕਿ ਇੱਕ ਜੁਡੀਸ਼ੀਅਲ ਮੈਜਿਸਟ੍ਰੇਟ ਹਰਵਿੰਦਰ ਸਿੰਘ ਸਿੰਧੀਆ, ਉਹਨਾਂ ਦੇ ਬਾਦਲ ਪਰਿਵਾਰ ਦੇ ਨਾਲ ਬਹੁਤ ਗਹਿਰੇ ਸੰਬੰਧ ਨੇ ਔਰ ਹਰਵਿੰਦਰ ਸਿੰਘ ਨੂੰ ਇਸ ਕੇਸ ਦੀ ਪੈਰਵਾਈ ਤੋਂ ਪਰਾਂ ਕਰਨਾ ਚਾਹੀਦਾ ਵਾ। ਔਰ ਉਸ ਚਿੱਠੀ 'ਚ ਉਹਨਾਂ ਲਿਖਿਆ ਕਿ ਸੀਨੀਅਰ ਬਾਦਲ ਔਰ ਜੂਨੀਅਰ ਬਾਦਲ ਜਿਹੜੇ ਹੁਣ ਤੱਕ ਜਿਨ੍ਹਾਂ ਨੂੰ ਐਜ਼ ਵਿਟਨੈਸਿਸ ਇਸ ਕੇਸ ਦੇ ਵਿੱਚ ਐਗਜ਼ਾਮਿਨ ਕੀਤਾ ਗਿਆ ਵਾ, ਉਹਨਾਂ ਨੂੰ ਹੁਣ ਦੋਸ਼ੀ ਕਰਾਰ ਦਿੱਤਾ ਗਿਆ ਵਾ, ਮੁਲਜ਼ਮ ਕਰਾਰ ਦਿੱਤਾ ਗਿਆ ਵਾ। ਸੋ ਇਸ ਕਰਕੇ ਹਰਵਿੰਦਰ ਸਿੰਘ ਨੂੰ ਇਸ ਕੇਸ ਦੀ ਪੈਰਵਾਈ ਨਾ ਕਰਨ ਦਿੱਤੀ ਜਾਵੇ। ਸੈਸ਼ਨ ਜੱਜ ਨੇ ਹਰਵਿੰਦਰ ਸਿੰਘ ਦਾ ਜਵਾਬ ਮੰਗਿਆ ਵਾ 29 ਤਰੀਕ ਤੱਕ ਵੀ ਉਹ ਇਸ ਇਲਜ਼ਾਮ ਦਾ ਜਵਾਬ ਦੇਣ ਕਿ ਵਾਕਈ ਉਹ ਬਾਦਲ ਪਰਿਵਾਰ ਨੂੰ ਜਾਣਦੇ ਨੇ ਨਿੱਜੀ ਤੌਰ ਤੇ, ਕੀ ਉਹਨਾਂ ਦੇ ਨਾਲ ਉਹਨਾਂ ਦੇ ਕੋਈ ਸੰਬੰਧ ਨੇ, ਕੀ ਉਹਨਾਂ ਦੇ ਨਾਲ ਕੋਈ ਰਿਸ਼ਤੇਦਾਰੀ ਆ। ਸੋ ਦੇਖਦੇ ਹਾਂ ਹਰਵਿੰਦਰ ਸਿੰਘ 29 ਤਰੀਕ ਤੱਕ ਕੀ ਜਵਾਬ ਦਿੰਦੇ ਆ ਔਰ ਸਿਰਫ ਇਹੋ ਹੀ ਨਹੀਂ, ਇਹ ਵੀ ਦੇਖਦੇ ਹਾਂ ਕਿ SIT ਜਿਹੜੀ ਆ ਉਹ ਅਗਲੀ ਕਾਰਵਾਈ ਹੁਣ ਕੀ ਕਰਦੀ ਆ। ਜੋ ਐਵੀਡੈਂਸ ਹੁਣ ਤੱਕ ਆਇਆ ਵਾ ਕਿ ਉਹਦੇ ਵਿੱਚ ਕਿਸੇ ਸੀਨੀਅਰ ਅਫਸਰ ਦਾ, ਕਿਸੇ ਸੀਨੀਅਰ ਸਿਆਸੀ ਲੀਡਰ ਦਾ ਨਾਂ ਆਇਆ। ਹੁਣ ਤੱਕ ਸਿਰਫ ਇੱਕੋ ਹੀ ਸਿਆਸੀ ਲੀਡਰ ਦਾ ਨਾਂ ਇਹਦੇ ਵਿੱਚ ਆਇਆ, ਉਹ ਹੈ ਸਾਬਕਾ MLA ਮਨਤਾਰ ਸਿੰਘ ਬਰਾੜ। ਕੀ ਉਸ ਤੋਂ ਬਾਅਦ ਹੁਣ ਹੋਰ ਲੀਡਰਾਂ ਦੇ ਨਾਮ ਵੀ ਸਾਹਮਣੇ ਆਉਣਗੇ? ਇਹ ਲੀਡਰ ਕੌਣ ਹੋਣਗੇ? ਕੀ ਬਾਦਲ ਪਰਿਵਾਰ, ਸੀਨੀਅਰ ਬਾਦਲ ਔਰ ਜੂਨੀਅਰ ਬਾਦਲ ਦੇ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ? ਇਹਦੇ ਤੇ ਆਪਾਂ ਗੱਲਬਾਤ ਜਾਰੀ ਰੱਖਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
This program is sponsored by Prime Link Express, Gurmeet Madi, Union Truck Stop, Bakersfield, Sukhi Kuman, ਨਿਊ ਜਰਸੀ ਦੇ ਕੋਲ ਰਾਊਟ 19 ਅਤੇ ਹੋਰ ਲੋਕੇਸ਼ਨ ਤੇ ਟਰੱਕ ਡਰਾਈਵਰ ਵੀਰਾਂ ਲਈ ਸਸਤਾ ਡੀਜ਼ਲ ਅਤੇ ਨਾਨ ਕੰਪੈਰੀਟਿਵਲੀ ਗੈਸ ਪ੍ਰਾਈਸ ਵਾਸਤੇ ਹਮੇਸ਼ਾ ਯਾਦ ਰੱਖੋ ਫਿਊਲ 1 ਸਾਡਾ 690 RT1 ਨਾਰਥ ਐਡੀਸਨ ਅਤੇ ਵੱਡਾ ਕਰਾਊਨ ਡੀਪੂ, ਜਿੱਥੇ ਟਰੱਕ ਸਰਵਿਸ ਅਤੇ ਟਾਇਰ ਸਰਵਿਸ ਵਾਜਿਬ ਰੇਟਾਂ ਤੇ ਕੀਤੀ ਜਾਂਦੀ ਹੈ। ਡੀਜ਼ਲ ਨਾਲ ਸਕੇਲ ਸੁਵਿਧਾ ਵੀ ਹੈ ਉਪਲਬਧ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 732 572 4411। ਜੇਕਰ ਤੁਸੀਂ ਆਪਣੇ ਸੁਪਨਿਆਂ ਦੇ ਘਰ ਦੀ ਤਲਾਸ਼ ਵਿੱਚੋਂ ਤਾਂ ਹੁਣ ਤੁਹਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ। ਅਸੀਂ ਤੁਹਾਨੂੰ ਨਿਊਯਾਰਕ ਵਿੱਚ ਵਾਜਿਬ ਰੇਟ ਤੇ ਸਾਫ਼ ਸੁਥਰਾ ਘਰ ਬਣਾ ਕੇ ਅਤੇ ਰੈਨੋਵੇਟ ਕਰਕੇ ਦੇਵਾਂਗੇ। ਜੀ ਹਾਂ, ਸਾਡੇ ਕੋਲ ਨਿਊਯਾਰਕ ਵਿੱਚ ਕਈ ਘਰ ਬਿਲਕੁਲ ਤਿਆਰ ਪਏ ਨੇ। ਫਿਰ ਦੇਰ ਕਿਸ ਗੱਲ ਦੀ? ਕਾਲ ਕਰਨ ਲਈ ਡਾਇਲ ਕਰੋ 9172250888 ਤੇ। ਅਸ਼ੋਕ ਮਾਹੀ ਜੀ ਤੁਹਾਡੇ ਲਈ ਆਪਣੇ ਘਰ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰਨਗੇ। ਪੰਜਾਬੀਆਂ ਦਾ ਆਪਣਾ ਬਾਜ਼ਾਰ ਹੈ। ਇੱਥੇ ਫਰੈਸ਼ ਸਬਜ਼ੀਆਂ, ਫਰੈਸ਼ ਫਰੂਟ, ਵਧੀਆਂ ਦਾਲਾਂ, ਇੱਕੋ ਛੱਤ ਹੇਠਾਂ ਘਰ ਦੀ ਜ਼ਰੂਰਤ ਦਾ ਹਰ ਸਮਾਨ ਖਰੀਦਣ ਲਈ ਜ਼ਰੂਰ ਆਓ। ਕੰਪਨੀ ਆਪਣੇ ਗ੍ਰਾਹਕਾਂ ਲਈ ਸਮੇਂ-ਸਮੇਂ ਤੇ ਬੈਸਟ ਡੀਲ ਵੀ ਦਿੰਦੀ ਹੈ। ਵਧੇਰੀ ਜਾਣਕਾਰੀ ਲਈ ਸੰਪਰਕ ਕਰੋ ਆਪਣਾ ਬਾਜ਼ਾਰ 2975 JFK ਬੁਲੇਵਾਰਡ, ਜਰਸੀ ਸਿਟੀ 07306 ਅਤੇ 2631 ਸਟਰੀਟ ਰੋਡ, ਬੈਂਸਲਮ, ਪੈਨਸਿਲਵੇਨੀਆ 19020। ਨਿਊ ਜਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਇਹਨਾਂ ਦੇ ਨਾਲ ਸਿੱਧੀ ਗੱਲਬਾਤ ਲਈ ਤੁਸੀਂ ਹਰ ਵੀਰਵਾਰ ਨੂੰ ਲਾਈਵ ਸ਼ੋਅ ਦੇ ਜ਼ਰੀਏ ਜੁੜ ਸਕਦੇ ਹੋ। P&J Fuel Wholesaler of gasoline and diesel. We offer retail and wholesale, branded and unbranded fuel, serving New Jersey, New York, Pennsylvania, and Texas. Our services include station rebranding for many major gasoline brands at the most competitive prices. Our portfolio includes Exxon, Mobil, Shell, BP, and many more. To grow your business with us, please call 908-720-3032. P&J Fuel, fuel to take you further. ਬ੍ਰੇਕ ਤੋਂ ਬਾਅਦ ਤੁਹਾਡਾ ਇਸ ਲਾਈਵ ਸ਼ੋਅ ਦੇ ਵਿੱਚ ਸਵਾਗਤ ਹੈ। ਅਸੀਂ ਅੱਜ ਤੋਂ 5 ਸਾਲ ਪੁਰਾਣਾ ਮਸਲਾ, ਜਿਹਦੇ ਤੇ ਕੋਈ ਤਾਜ਼ਾ ਜਾਣਕਾਰੀ ਹੁਣ ਸਾਹਮਣੇ ਆਈ ਆ, ਉਹਦੇ ਤੇ ਵਿਚਾਰ ਵਟਾਂਦਰਾ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਤੇ ਗੋਲੀकांड ਜਿਹੜਾ 2015 ਦੇ ਵਿੱਚ ਹੋਇਆ ਸੀ ਬਾਈਬਲ ਕਲਾਂ ਤੇ ਕੋਟਕਪੂਰਾ ਤੇ, ਕੀ ਇਹਦੇ ਵਿੱਚ ਜਿਹੜੇ ਅਸਲੀ ਦੋਸ਼ੀ ਆ ਉਹਨਾਂ ਦੇ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਵਾ? SIT ਕੀ ਸਹੀ ਡਾਇਰੈਕਸ਼ਨ ਦੇ ਦਿਸ਼ਾ ਦੇ ਵਿੱਚ ਵੱਧ ਰਹੀ ਆ? ਇਹਦੇ ਤੇ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ। ਮੈਂ ਦੱਸ ਦੇਵਾਂ ਕਿ ਪਿਛਲੇ ਹਫ਼ਤੇ 3 ਬਹੁਤ ਅਹਿਮ ਗ੍ਰਿਫਤਾਰੀਆਂ ਹੋਈਆਂ ਵਾ ਔਰ ਕੱਲ੍ਹ SIT ਦੇ ਮੈਂਬਰ ਨੇ ਸੈਸ਼ਨ ਜੱਜ ਨੂੰ ਇੱਕ ਬਹੁਤ ਅਹਿਮ ਚਿੱਠੀ ਲਿਖੀ ਆ, ਜਿਹਦੇ ਵਿੱਚ ਉਹਨਾਂ ਨੇ ਸੀਨੀਅਰ ਬਾਦਲ ਔਰ ਜੂਨੀਅਰ ਬਾਦਲ ਨੂੰ ਕਿਹਾ ਵਾ ਕਿ ਉਹ ਦੋਵੇਂ ਹੀ ਦੋਸ਼ੀ ਹਨ। ਜੋ ਦੋਸ਼ੀ ਹਨ ਹੋ ਸਕਦਾ ਅਗਲੇ ਦਿਨਾਂ ਦੇ ਵਿੱਚ ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਪੁਲਿਸ ਵੱਲੋਂ ਕੀਤੀ ਸੁਭਾਵਿਕ ਆ। ਮੀਨਵਾਈਲ ਸਾਡੇ ਨਾਲ ਲਖਵਿੰਦਰ ਮੁੰਡੀ, ਗੁਰਦੇਵ ਟਿਵਾਣਾ ਤੇ ਕੁਲਦੀਪ ਸਿੰਘ ਵੀ ਫੇਸਬੁੱਕ ਦੇ ਉੱਪਰ ਜੁੜ ਗਏ ਨੇ। ਜੇ ਤੁਸੀਂ ਕਾਲ ਕਰਕੇ ਆਪਣੇ ਇਸ ਮਸਲੇ ਤੇ ਵਿਚਾਰ ਦੇਣੇ ਹੋਣ ਕਿ ਕੀ ਅਸੀਂ ਇਨਸਾਫ ਦੀ ਆਸ ਕਰ ਸਕਦੇ ਹਾਂ ਕਿ ਸੀਨੀਅਰ ਬਾਦਲ ਤੇ ਜੂਨੀਅਰ ਬਾਦਲ ਦੇ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ, ਤਾਂ ਤੁਸੀਂ ਸਾਡੇ 2 ਨੰਬਰਸ ਤੇ ਕਾਲ ਕਰ ਸਕਦੇ ਜੇ 7187753585 ਅਮਰੀਕਾ ਦਾ ਨੰਬਰ ਹੈ ਔਰ ਇੱਕ ਚੰਡੀਗੜ੍ਹ ਦਾ ਨੰਬਰ ਹੈ 47844401। ਮੈਂ ਥੋੜ੍ਹਾ ਜਿਹਾ ਬੈਕਗਰਾਊਂਡ ਦੁਬਾਰਾ ਦੱਸਣਾ ਚਾਹੁੰਦਾ ਵਾਂ ਕਿ 2015 ਦੇ ਵਿੱਚ ਕਈ ਬੇਅਦਬੀ ਦੇ ਵਾਕਿਆ ਹੋਏ ਸਨ ਔਰ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਬਹੁਤ ਭਾਰੀ ਰੋਸ ਸੀ, ਬਹੁਤ ਥਾਂ ਤੇ ਪ੍ਰੋਟੈਸਟ ਹੋਈਆਂ ਔਰ 2 ਪ੍ਰੋਟੈਸਟ ਦੇ ਉੱਪਰ ਗੋਲੀ ਚੱਲੀ ਕੋਟਕਪੂਰਾ ਦੇ ਵਿੱਚ ਔਰ ਉਸ ਤੋਂ ਬਾਅਦ ਬਾਈਬਲ ਕਲਾਂ ਦੇ ਵਿੱਚ। ਬਾਈਬਲ ਕਲਾਂ 'ਚ 2 ਨੌਜਵਾਨ ਮਾਰੇ ਵੀ ਗਏ। ਇਸ ਮਸਲੇ ਨੂੰ ਲੈ ਕੇ ਸਿਆਸਤ ਕਾਫੀ ਸਰਗਰਮ ਰਹੀ ਆ, ਲੋਕਾਂ ਦੇ ਵਿੱਚ ਭਾਰੀ ਰੋਸ ਆ ਔਰ ਜਵਾਹਰ ਸਿੰਘ ਵਾਲਾ ਦੇ ਵਿੱਚ ਕਈ ਮਹੀਨੇ ਉੱਥੇ ਲੋਕੀ ਇਕੱਠੇ ਵੀ ਹੁੰਦੇ ਰਹੇ। ਉਸ ਤੋਂ ਬਾਅਦ ਪਹਿਲਾਂ ਜਸਟਿਸ ਜ਼ੋਰਾ ਸਿੰਘ ਦੇ ਥੱਲੇ ਕਮਿਸ਼ਨ ਆਫ ਇਨਕੁਆਇਰੀ ਬਣਿਆ ਔਰ ਉਸ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਦੇ ਥੱਲੇ ਕਮਿਸ਼ਨ ਆਫ ਇਨਕੁਆਇਰੀ ਬਣਿਆ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿਧਾਨ ਸਭਾ ਦੇ ਵਿੱਚ ਅਗਸਤ 2018 'ਚ ਪੇਸ਼ ਹੋਈ। ਉੱਥੇ ਬਹਿਸ ਵੀ ਹੋਈ, ਲਾਈਵ ਬਹਿਸ ਟੈਲੀਕਾਸਟ ਵੀ ਹੋਈ ਔਰ ਉਸ ਬਹਿਸ ਦੇ ਵਿੱਚ ਸਾਰਿਆਂ ਨੇ ਇਹੋ ਹੀ ਕਿਹਾ ਕਿ ਇਹ ਬਹੁਤ ਕਾਨੂੰਨੀਆਂ ਹਰਕਤਾਂ ਸਨ ਔਰ ਇਹਨਾਂ ਦੇ ਉੱਤੇ ਕਾਰਵਾਈ ਜ਼ਰੂਰ ਕਰਨੀ ਬਣਦੀ ਆ। ਲੇਕਿਨ 3 ਸਾਲ ਹੋ ਗਏ ਆ,
ਲੋਕਾਂ ਨੂੰ ਲੱਗਦਾ ਵਾ ਕਿ ਜਿਹੋ ਜਿਹੀ ਕਾਰਵਾਈ ਬਣਦੀ ਸੀ ਉਹੋ ਜਿਹੀ ਕਾਰਵਾਈ ਹੁਣ ਤੱਕ ਨਹੀਂ ਹੋ ਰਹੀ। ਬਲਵਿੰਦਰ ਵਿਰਕ ਨੇ ਕਿਹਾ ਵਾ ਕਿ ਆਪ ਟੋਟਲੀ ਫਲॉप ਆ। ਬਲਵਿੰਦਰ ਵਿਰਕ ਜੀ, ਆਪ ਦੇ ਬਾਰੇ ਆਪਾਂ ਅੱਜ ਗੱਲ ਨਹੀਂ ਕਰ ਰਹੇ। ਅੱਜ ਅਸੀਂ ਗੱਲ ਕਰ ਰਹੇ ਹਾਂ ਬੇਅਦਬੀ ਦੇ ਔਰ ਗੋਲੀ ਕਾਂਡ ਦੇ ਉੱਪਰ। ਜੱਸੀ ਕੁਲਾਰ ਵੀ ਸਾਡੇ ਨਾਲ ਜੁੜ ਗਏ ਨੇ ਔਰ ਬਲਵਿੰਦਰ ਵਿਰਕ ਹੁਣ ਕਹਿ ਰਹੇ ਨੇ ਕਿ ਖੈਰ ਉਹਨਾਂ ਨੇ ਇੱਕ ਦੂਜੇ ਮਸਲੇ ਤੇ ਟਿੱਪਣੀ ਕੀਤੀ ਹੈ, ਮੈਂ ਉਹਨੂੰ ਦੁਹਰਾਉਣਾ ਨਹੀਂ ਚਾਹੁੰਦਾ। ਅਸੀਂ ਅੱਜ ਗੱਲ ਡਿਫਰੈਂਟ ਮਸਲੇ ਤੇ ਕਰ ਰਹੇ ਹਾਂ। ਬਲਵਿੰਦਰ ਜੀ, ਕਿਸੇ ਦਿਨ ਆਪਾਂ ਤੀਜੇ ਬਦਲ ਤੇ ਆਮ ਆਦਮੀ ਪਾਰਟੀ ਤੇ ਵੀ ਗੱਲ ਕਰਾਂਗੇ। ਇੱਕ ਕਾਲਰ ਵੇਟ ਕਰ ਰਿਹਾ, ਦੇਖਦੇ ਹਾਂ ਉਹਨਾਂ ਦੀ ਕੀ ਟਿੱਪਣੀ ਹੈ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਸੰਧੂ ਸਾਹਿਬ, ਮੈਂ ਨਿਊਯਾਰਕ ਤੋਂ ਰਜਿੰਦਰ ਬੋਲ ਰਿਹਾ। ਹਾਂਜੀ ਰਜਿੰਦਰ ਜੀ, ਤੁਹਾਨੂੰ ਲੱਗ ਰਿਹਾ ਵਾ ਕਿ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ SIT ਸ਼ਿਕੰਜਾ ਕੱਸ ਰਹੀ ਹੈ ਜਾਂ ਸਿਰਫ ਇਹ ਦਿਖਾਵਾ ਹੀ ਹੋ ਰਿਹਾ? ਦੇਖੋ ਜੀ, ਗੱਲ ਇਹ ਤਾਂ ਹੈ ਸੰਧੂ ਸਾਹਿਬ, ਜਦੋਂ ਝੋਲੀ ਅੱਡ ਕੇ ਤੁਸੀਂ ਵੀ ਉੱਥੇ ਬੈਠੇ ਸੀਗੇ, ਜਦੋਂ ਆਪਣੇ ਸਿੱਧੂ ਸਾਹਿਬ ਹੋਣੀ ਝੋਲੀ ਅੱਡ ਕੇ ਕੈਪਟਨ ਸਾਹਿਬ ਦੇ ਮੂਹਰੇ ਕਿਹਾ ਸੀ ਕਿ ਸਾਨੂੰ ਇਹ ਇਨਸਾਫ ਦੇ ਦਿਓ ਜੀ, ਤੁਸੀਂ ਵੀ ਉੱਥੇ ਸੀਗੇ ਜੀ। ਇਹ ਸਿਰਫ ਸਿੱਧੂ ਨੂੰ ਖੁਸ਼ ਕਰਕੇ ਮੁੜ ਕੇ ਲਿਆਉਣ ਦੀ ਇੱਕ ਤਿਆਰੀ ਆ ਕਿ ਅਸੀਂ ਤੇਰੀ ਗੱਲ ਜਣਕ ਉਹਨਾਂ ਦੀ ਗੱਲ ਮੰਨ ਲਈ ਆ ਕਿ ਅਸੀਂ ਇਨਸਾਫ ਦਵਾ ਰਹੇ ਹਾਂ। ਰਾਈਟ, ਕਿ ਬਹੁਤ ਵੱਡੀ ਇੱਕ ਸਿਆਸਤ ਆ ਕਿ ਜੇ ਸਿੱਧੂ ਸਾਹਿਬ ਵੱਖਰੀ ਪਾਰਟੀ ਬਣਾ ਲੈਂਦੇ ਆ, ਕਦੀ ਵੀ ਨਹੀਂ ਹਾਰੂਗੀ ਪੰਜਾਬ ਦੇ ਵਿੱਚ, ਇਹ ਸਾਡੀ ਗਾਰੰਟੀ ਆ। ਓਕੇ, ਪਰਦੇਸੀਆਂ ਦੀ ਗਾਰੰਟੀ ਆ, ਅਸੀਂ ਗਾਰੰਟੀ ਤੁਹਾਨੂੰ ਦਿੰਦੇ ਆ। ਜੇ ਸਿੱਧੂ ਸਾਹਿਬ ਵੱਖਰੀ ਪਾਰਟੀ ਬਣਾ ਕੇ ਇੱਕ ਵਾਰੀ ਵੀ ਚੈਲੰਜ ਕਰ ਦਿੰਦੇ ਆ, ਤੁਸੀਂ ਵੀ ਵਿੱਚ ਆਉਂਦੇ ਆ, ਹੋਰ ਵੀ ਲੀਡਰ ਆਉਂਦੇ ਆ, ਕੋਈ ਵੀ ਅਕਾਲੀ ਤੇ ਕਾਂਗਰਸ ਉੱਥੇ ਦੀ ਕੋਈ ਪੈਰ ਨਹੀਂ ਜੰਮੇਗਾ। ਇਹ ਗਾਰੰਟੀ ਆ ਪ੍ਰਵਾਸੀਆਂ ਦੀ। ਇੱਕ ਅਸੀਂ ਉਹਦੀ ਆਸ ਤੇ ਬੈਠੇ ਆ, ਉਹਨੂੰ ਭਰਵਾਉਣ ਲਈ ਇਹ ਸਭ ਡਰਾਮਾ ਹੋ ਰਿਹਾ। ਤੁਸੀਂ ਦੇਖੋ ਕੀ ਹੋ ਰਿਹਾ, ਸੰਡੇ ਨੂੰ ਕੀ ਕਰ ਰਿਹਾ। ਮੈਂ ਸਿੱਧੂ ਸਾਹਿਬ ਨਾਲ ਸਿੱਧੀ ਗੱਲ ਕਰੂੰਗਾ, ਪਹਿਲਾਂ ਵੀ ਹੋਈ ਆ, ਹੁਣ ਵੀ ਹੋਈ ਆ। ਸਿੱਧੂ ਸਾਹਿਬ ਕਦੀ ਨਹੀਂ ਇਹ ਪੈਂਤਰਾ ਕਦੀ ਨਹੀਂ ਹਾਰਨਾ। ਇਹ ਪੰਜਾਬ ਦੀ ਇੱਕ ਆਖਰੀ ਆਸ ਆ ਕਿ ਅਸੀਂ ਪੰਜਾਬ ਨੂੰ ਇਹਨਾਂ ਚੋਰਾਂ ਕੋਲੋਂ ਕਿੱਦਾਂ ਬਚਾਉਣਾ। ਰਜਿੰਦਰ ਜੀ, ਤੁਹਾਨੂੰ ਲੱਗਦਾ ਵਾ ਕਿ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਤੋਂ ਬਾਹਰ ਜਾਣ ਦੀਆਂ ਗੱਲਾਂ ਹੋ ਰਹੀਆਂ ਵਾ ਤੀਜੇ ਫਰੰਟ, ਇਸ ਕਰਕੇ ਸਾਰਾ ਤੁਹਾਨੂੰ ਲੱਗ ਰਿਹਾ ਵਾ ਡਰਾਮਾ ਰਚਿਆ ਜਾ ਰਿਹਾ? ਬਿਲਕੁਲ ਬਿਲਕੁਲ, ਤੁਸੀਂ ਸਮਝਦਾਰ, ਤੁਸੀਂ ਬੈਠੇ ਆ ਉੱਥੇ, ਅਸੀਂ ਤਾਂ ਇੱਥੇ ਬੈਠੇ, ਪਰਦੇਸੀ ਬੈਠੇ। ਸਾਡਾ ਦਿਮਾਗ ਚਲੋ ਇੱਥੇ ਪੰਜਾਬ 'ਚ ਹੀ ਰਹਿੰਦਾ। ਅਸੀਂ ਇੱਥੇ ਹੁਣ ਵਿਹਲੇ 3 ਮਹੀਨੇ ਹੋ ਗਏ, ਕੰਮ ਨਹੀਂ ਕਰਦੇ। ਦਿਮਾਗ ਪੰਜਾਬ ਨੂੰ ਕਿੱਦਾਂ ਬਚਾਉਣਾ ਇਹਨਾਂ ਚੋਰਾਂ ਕੋਲੋਂ। ਜੀ ਜੀ ਜੀ, ਇੱਕੋ ਇੱਕ ਮੇਰਾ ਤਾਂ ਮਿਸ਼ਨ ਆ, ਜੇ ਸਿੱਧੂ ਸਾਹਿਬ ਹੁਣੀ ਸਟੈਂਡ ਨਾ ਲਿਆ ਫੇਰ ਪੰਜਾਬ ਦੇ ਵਿੱਚ ਬਹੁਤ ਤਬਾਹੀ ਹੋਊਗੀ। ਪਰ ਰਜਿੰਦਰ ਜੀ, ਉਹਦੇ 'ਚ ਫਿਰ ਨਵਜੋਤ ਸਿੰਘ ਸਿੱਧੂ ਨੂੰ ਹੀ ਸਟੈਂਡ ਲੈਣਾ ਪੈਣਾ ਨਾ। ਪਰ ਚਲੋ ਉਹਦੇ ਤੇ ਆਪਾਂ ਅਗਲੇ ਹਫਤੇ ਕਿਸੇ ਦਿਨ ਗੱਲ ਕਰਦੇ ਹਾਂ, ਤੀਜੇ ਫਰੰਟ ਬਾਰੇ, ਤੀਜੇ ਬਦਲ ਬਾਰੇ। ਪਰ ਇਹਦੇ 'ਚ ਜਿਹੜੀਆਂ ਹੁਣ ਕਾਂਗਰਸ ਦੇ ਵਿੱਚ ਚੇਂਜਸ ਹੋ ਰਹੀਆਂ, ਤੁਹਾਨੂੰ ਲੱਗਦਾ ਵਾ ਕਿ ਉਹਦੇ ਮੱਦੇਨਜ਼ਰ ਇਹ ਸਭ ਕੁਝ ਹੋ ਰਿਹਾ? ਸਿੱਧੂ ਨੂੰ ਮਨਾਉਣ ਲਈ ਜੀ, ਸਿੱਧੂ ਨੂੰ ਮਨਾਉਣ ਲਈ ਤੁਹਾਡੀਆਂ ਸ਼ਰਤਾਂ ਇਹ ਮੰਨਣ ਨੂੰ ਤਿਆਰ ਆ ਕਿ ਤੁਸੀਂ ਹੁਣ ਤੂੰ ਨਾਰਾਜ਼ ਹੋ ਕੇ ਸਾਡੇ ਨਾਲ ਵੱਖਰਨ ਹੋ। ਇਹ ਸਿਰਫ ਇੱਕ ਡਰਾਮਾ ਆ। ਮੈਂ ਸਿੱਧੂ ਸਾਹਿਬ ਉਹਨਾਂ ਨੂੰ ਤੁਹਾਡੇ ਚੈਨਲ ਰਾਹੀਂ ਇੱਕ ਰਿਕੁਐਸਟ ਕਰ ਰਿਹਾ, ਮਾਈ ਫਰੈਂਡ, ਇਹ ਲਾਸਟ ਚਾਂਸ ਆ ਪੰਜਾਬ ਦਾ। ਪਹਿਲਾਂ ਆਪ ਦਾ ਲਾਸਟ ਚਾਂਸ ਸੀਗਾ, ਪਰ ਇਹ ਸੈਕੰਡ ਚਾਂਸ, ਲਾਸਟ ਚਾਂਸ ਆ। ਨੈਵਰ ਐਵਰ ਗੋਇੰ ਬੀ ਗੈਟ ਪੰਜਾਬ ਸਟੈਂਡ ਇਫ ਯੂ ਲੂਜ਼। ਥੈਂਕ ਯੂ ਰਜਿੰਦਰ ਜੀ, ਥੈਂਕ ਯੂ। ਓਕੇ ਜੀ। ਉਹਨਾਂ ਨੇ ਕਿਹਾ ਕਿ ਇਹ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਝੋਲੀ ਅੱਡੀ ਸੀਗੀ ਵਿਧਾਨ ਸਭਾ ਦੇ ਵਿੱਚ, ਉਹਨਾਂ ਨੂੰ ਮਨਾਉਣ ਵਾਸਤੇ ਇਹ ਸਭ ਕੁਝ ਹੋ ਰਿਹਾ ਵਾ। ਆਸ ਕਰਦੇ ਹਾਂ ਕਿ ਇਹ ਸਹੀ ਰੀਜ਼ਨ ਕਰਕੇ ਸ਼ਾਇਦ ਕੋਈ ਕਾਰਵਾਈ ਹੋ ਜਾਵੇ। ਮੀਨਵਾਈਲ, ਮੈਂ ਜਿਵੇਂ ਦੱਸਿਆ ਵੀ ਇਸ ਮਸਲੇ ਤੇ ਆਪਾਂ ਤੀਜੇ ਫਰੰਟ ਦੇ ਉੱਪਰ ਵੇਰੀਅਸ ਲੀਡਰਸ ਦੀ ਭੂਮਿਕਾ ਬਾਰੇ ਇਸ ਦਿਨ ਦੁਬਾਰਾ ਗੱਲ ਕਰਾਂਗੇ। ਮੀਨਵਾਈਲ RS ਸੰਧੂ ਔਰ ਸ਼ੇਰ ਸਿੰਘ ਗਿੱਲ ਵੀ ਸਾਡੇ ਨਾਲ ਜੁੜ ਗਏ ਨੇ। ਉਹਨਾਂ ਦੇ ਵੀ ਟਿੱਪਣੀ ਕੀਤੀ ਆ ਫੇਸਬੁੱਕ ਦੇ ਉੱਪਰ, ਔਰ ਰਵਿੰਦਰ ਸਿੰਘ ਸੋਢੀ ਹੁਣਾਂ ਦਾ ਵੀ ਇੱਕ ਟਿੱਪਣੀ ਆਈ ਆ। RS ਸੰਧੂ ਦਾ ਵਿਚਾਰ ਆ ਕਿ ਇਹ ਬਹੁਤ ਅਫਸੋਸ ਦੀ ਗੱਲ ਆ ਕਿ ਬਾਦਲਸ ਦੀ ਕਈ ਮਸਲਿਆਂ ਦੇ ਵਿੱਚ ਸਿੱਖੀਜ਼ਮ ਦੇ ਮਸਲਿਆਂ ਦੇ ਉੱਤੇ ਉਹਨਾਂ ਦੀ ਭੂਮਿਕਾ ਬਾਰੇ ਸਭ ਕੁਝ ਪਤਾ ਵਾ, ਪਰ ਕੁਝ ਨਹੀਂ ਅੱਜ ਤੱਕ ਹੋਇਆ ਔਰ ਕੁਝ ਹੋ ਵੀ ਨਹੀਂ ਰਿਹਾ। ਇਹ ਉਹਨਾਂ ਨੇ ਇੱਕ ਤਰੀਕੇ ਨਾਲ ਨਿਰਾਸ਼ਾ ਜਿਹੜੀ ਆ ਉਹ ਜ਼ਾਹਿਰ ਕੀਤੀ ਹੈ। ਸੋ ਬਹੁਤ ਅਹਿਮ ਮਸਲਾ ਸੀ ਜਿਹਦੇ ਤੇ ਆਪਾਂ ਅੱਜ ਗੱਲ ਕਰ ਰਹੇ ਹਾਂ। ਜੇ ਹਾਲੇ ਵੀ ਤੁਸੀਂ ਆਪਣੀ ਟਿੱਪਣੀ ਜਾਂਦੇ ਜਾਂਦੇ ਕਰਨੀ ਚਾਹੋ ਤਾਂ ਤੁਸੀਂ ਕਾਲ ਕਰਕੇ ਦੇ ਸਕਦੇ ਜੀ। 2-3 ਮਿੰਟ ਸਾਡੇ ਕੋਲ ਹਨ।
ਅਗਲੇ ਹਫਤੇ ਆਪਾਂ ਕਿਸੇ ਦਿਨ ਡਿਟੇਲ ਦੇ ਵਿੱਚ ਤੀਜੇ ਫਰੰਟ ਦੇ ਉੱਪਰ ਵੀ ਗੱਲ ਕਰਾਂਗੇ ਔਰ ਇੱਕ ਦਿਨ ਕਰਕੇ ਇੱਕ ਦਿਨ ਆਪਾਂ ਤੀਜੇ ਫਰੰਟ ਦੀ ਗੱਲ ਕਰਾਂਗੇ, ਇੱਕ ਦਿਨ ਆਪਾਂ ਕਾਂਗਰਸ ਕੀ ਕਾਂਗਰਸ ਨੇ ਗੇਨ ਕੀਤਾ, ਕੀ ਕਾਂਗਰਸ ਅੱਗੇ ਨਾਲੋਂ ਜੋ ਉਹਨਾਂ ਦੇ ਆਸਾਂ ਸਨ ਉਹ ਪੂਰੀਆਂ ਉਤਰ ਰਹੇ ਆ, ਕੀ ਉਹਨਾਂ ਤੋਂ ਲੋਕੀ ਨਿਰਾਸ਼ ਨੇ, ਕੀ ਉਹਨਾਂ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ, ਇਸ ਵੇਲੇ ਕਾਂਗਰਸ ਕਿੱਥੇ ਖੜੀ ਆ, ਇਹਦੇ ਬਾਰੇ ਵੀ ਵਿਚਾਰ ਕਰਾਂਗੇ। ਅਕਾਲੀ ਦਲ ਬਾਰੇ ਵੀ ਕਿਸੇ ਦਿਨ ਸੈਪਰੇਟਲੀ ਆਪਾਂ ਗੱਲ ਕਰਾਂਗੇ ਕਿ ਅਕਾਲੀ ਦਲ ਜਿਹੜੀ ਆ ਕੀ ਉਹ ਦੁਬਾਰਾ ਰਿਵਾਈਵਲ ਵੱਲ ਨੂੰ ਵੱਧ ਰਹੀ ਆ, ਕੀ ਉਹ ਰਿਵਾਈਵ ਹੋ ਰਹੀ ਆ, ਉਹਦੇ ਤੇ ਵੀ ਆਪਾਂ ਜ਼ਰੂਰ ਗੱਲ ਕਰਾਂਗੇ। ਇੱਕ ਕਾਲਰ ਨੇ ਮੇਰੇ ਖਿਆਲ ਲਾਸਟ ਕਾਲ ਲੈ ਕੇ ਫਿਰ ਮੈਂ ਪ੍ਰੋਗਰਾਮ ਦੀ ਸਮਾਪਤੀ ਕਰੂੰਗਾ। ਹੈਲੋ ਸੰਧੂ ਸਾਹਿਬ, ਕੀ ਹਾਲ ਹੈ? ਮਿਹਰਬਾਨੀ ਜੀ, ਕੌਣ ਬੋਲ ਰਹੇ? ਮੈਂ ਇਕਬਾਲ ਬੋਲਦਾ ਪਿਆ। ਹਾਂਜੀ ਇਕਬਾਲ ਜੀ, 2 ਮਿੰਟ ਹੈ ਆਪਣੇ ਕੋਲ, ਦੱਸੋ ਕੀ ਕਹਿਣਾ। ਉਹ ਸੰਧੂ ਸਾਹਿਬ, ਮੈਂ ਇਹੀ ਕਹੂੰਗਾ ਵੀ ਦਿੱਲੀ ਦਾ ਸ਼ਾਇਰ ਸੀ ਬਹੁਤ ਮਸ਼ਹੂਰ, ਉਹਨੇ ਕਿਹਾ ਕਿ यूं तो मालूम है जन्नत की हकीकत लेकिन दिल के खुश रखने को गालिब ये ख्याल अच्छा है। बिल्कुल ठीक है। सो ये होना कुछ नहीं, ये ਤਾਂ ਗੱਲਾਂ ਨਹੀਂ, ਐਂਡ ਆਮ ਨੋਟ ਬੀਇੰਗ ਸਿਨਿਕਲ ਨਹੀਂ, ਪਰ ਲਾਈਕ ਆਪਣੀ ਵਿਵਸਥਾ ਹੈ ਜੀ ਹੈ। ਪਰ ਕਿਉਂ ਲੱਗਦਾ ਤੁਹਾਨੂੰ, ਕਿਉਂਕਿ ਹਿਸਟੋਰੀਕਲ ਬੈਕਗ੍ਰਾਉਂਡ ਇਸੇ ਤਰ੍ਹਾਂ ਦਾ ਵਾ, ਜਾਂ ਕਿਉਂ ਲੱਗ ਰਿਹਾ ਵੀ ਕੁਝ ਨਹੀਂ ਹੋਣਾ? ਜੀ ਇੱਕ ਵਜ੍ਹਾ ਹੋਵੇ, ਮੈਂ ਦੱਸਾਂ ਕਿੰਨੀਆਂ ਨੇ, ਆਪਾਂ ਸ਼ੁਰੂ ਕਰ ਦਿੰਦੇ ਹਾਂ ਕਿ ਇਹਦਾ ਕੋਈ ਹਿਸਟੋਰੀਕਲ ਪ੍ਰੈਸੀਡੈਂਟ ਹੈ ਨਹੀਂਗਾ, ਰਾਈਟ। ਦੂਜੀ ਗੱਲ ਹੈ ਕਿ ਜੋ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਇੰਡੀਆ ਦੀ ਜਾਂ ਪੰਜਾਬ ਦੀ ਇਨ ਪਾਰਟਿਕੂਲਰ, ਇਸ ਤੋਂ ਲੁਕੀ ਨਹੀਂ ਹੋਈ, ਕਿਵੇਂ ਦੀ ਰਹੀ ਹੈ, ਠੀਕ ਹੈ। ਤੀਜੀ ਗੱਲ ਹੈ ਜਿਹੜੇ ਲਾਈਕ the people you're talking about, they are one of the biggest power brokers in Punjab, right? ਜੋ ਮਰਜ਼ੀ ਕਹੋ, ਅੱਜ ਵੀ ਅਕਾਲੀ ਦਲ ਦੂਜੀ ਵੱਡੀ ਪਾਰਟੀ ਹੈ, ਜੇ ਪਹਿਲੀ ਵੱਡੀ ਪਾਰਟੀ ਨਹੀਂ ਹੈ ਪੰਜਾਬ 'ਚ, ਤਾਂ ਹਾਂ ਸੀਟਾਂ ਘੱਟਣ ਵਾਲੀਆਂ ਹੋਰ ਗੱਲ, ਰਾਈਟ ਹੈ ਨਾ ਜੀ। ਚੌਥੀ ਵਜ੍ਹਾ ਹੁਣ ਮੈਂ ਤੁਹਾਨੂੰ ਗਿਣਾ ਦਿੰਦਾ ਕਿ ਲਾਈਕ ਇਟਸ ਨਾਟ ਅ ਕੇਸ, ਰਾਈਟ। ਇਹ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਪ੍ਰੋਸੀਕਿਊਸ਼ਨ ਇਹ ਪ੍ਰੂਵ ਕਰ ਦੇਗੀ ਕੋਰਟ 'ਚ ਕਿ ਇਹ ਇਹਨਾਂ ਦਾ ਹੱਥ ਸੀ ਇਹਦੇ 'ਚ। ਓਕੇ, ਹਾਂਜੀ, ਓਕੇ। ਤੇ ਪੰਜਵੀਂ ਗੱਲ ਜੇ ਤੁਸੀਂ ਅਖੀਰਲੀ ਮੇਰੇ ਤੋਂ ਲੈਣੀ ਆ ਤਾਂ ਉਹ ਸਿੰਪਲ ਇਹ ਹੈ ਕਿ ਸਿੰਪਲ ਪ੍ਰੋਸੀਕਿਊਸ਼ਨ ਦਾ ਜਾਂ ਜਿਹੜੇ ਲੋਕ ਪ੍ਰੋਸੀਕਿਊਟ ਕਰਨਾ ਚਾਹੁੰਦੇ ਉਹਨਾਂ ਦਾ ਇੰਟਰਸਟ ਨਹੀਂ ਹੈ ਇਹਦੇ 'ਚ। ਓਕੇ, ਪ੍ਰੋਸੀਕਿਊਟ ਜਿਹੜੇ ਕਰਨਾ ਚਾਹੁੰਦੇ ਆ, ਜਿਹੜੀ ਸਰਕਾਰ ਆ, ਉਹਨਾਂ ਦਾ ਇੰਟਰਸਟ ਨਹੀਂ ਹੈ। ਪਰ ਇਸ ਤੋਂ ਪਹਿਲੀ ਜਿਹੜੀ ਗੱਲ ਕੀਤੀ ਆ ਉਹ ਇੱਕ ਬਹੁਤ ਅਹਿਮ ਗੱਲ ਆ ਕਿ ਪ੍ਰੋਸੀਕਿਊਸ਼ਨ ਵਾਸਤੇ ਇਹ ਬੜਾ ਮੁਸ਼ਕਿਲ ਹੋਵੇਗਾ ਇਹ ਪ੍ਰੂਵ ਕਰਨਾ ਕਿ ਸੀਨੀਅਰ ਬਾਦਲ ਜਾਂ ਜੂਨੀਅਰ ਬਾਦਲ ਦੀ ਇਹਦੇ ਵਿੱਚ ਕੋਈ ਭੂਮਿਕਾ ਸੀ। ਉਹਦੇ ਵਾਸਤੇ ਐਵੀਡੈਂਸ ਕਲੀਨਿਕਲੀ ਕ੍ਰੀਏਟ ਕਰਨਾ ਪਊ। ਪਤਾ ਨਹੀਂ ਕੀ ਐਵੀਡੈਂਸ ਸਾਹਮਣੇ ਆਇਆ ਵਾ, ਕੀ ਕਿਸੇ ਨੇ ਕਿਹਾ ਵਾ ਕਿ ਉੱਤੋਂ ਹੁਕਮ ਸਨ। ਪਰ ਇੱਕ ਗੱਲ ਬੜੀ ਕਲੀਅਰ ਆ ਮੇਰੇ ਹਿਸਾਬ ਦੇ ਨਾਲ ਇਕਬਾਲ ਜੀ, ਕਿ ਹੁਣ ਤੱਕ ਪੈਰਵਾਈ ਜਿਹੜੀ ਨਹੀਂ ਹੋਈ, ਆਫਟਰ 2015 ਤੋਂ ਬਾਅਦ ਇਲੈਕਸ਼ਨਾਂ ਹੋਈਆਂ 2017 ਦੇ ਵਿੱਚ, ਆਲਮੋਸਟ 1.5 ਸਾਲ ਸੀਗਾ, ਉਸ 1.5 ਸਾਲ ਦੇ ਵਿੱਚ ਕਾਰਵਾਈ ਕਿਉਂ ਨਹੀਂ ਕੀਤੀ? ਸੋ ਇਹਨੂੰ ਕਵਰ ਅਪ ਦੇ ਵਿੱਚ ਡੈਫੀਨੇਟਲੀ ਇੱਕ ਤੇ ਇਹ ਕੀ ਉਹਨਾਂ ਨੇ ਕਾਰਵਾਈ ਕਰਵਾਈ, ਜੇ ਨਹੀਂ ਵੀ ਕਰਵਾਈ ਤੇ ਇਹਨੂੰ ਕਵਰ ਅਪ ਕਿਉਂ ਕੀਤਾ? ਆ ਜਿਹੜਾ ਹੁਣ ਐਵੀਡੈਂਸ ਆ ਰਿਹਾ ਵੀ ਝੂਠੀਆਂ ਗੋਲੀ ਚੱਲੀ, ਜਿਪਸੀ ਦੇ ਉੱਤੇ ਆਪ ਗੋਲੀਆਂ ਪੁਲਿਸ ਨੇ ਚਲਾਈਆਂ ਵਗੈਰਾ ਵਗੈਰਾ, ਇਹਨਾਂ ਤੇ ਕਾਰਵਾਈ ਕਿਉਂ ਨਹੀਂ ਹੋਈ? ਇਹਦੇ ਤੇ ਡੈਫੀਨੇਟਲੀ ਐਕਸ਼ਨ ਜਿਹੜਾ ਵਾ ਉਹ ਹੋ ਸਕਦਾ ਵਾ। ਮੀਨਵਾਈਲ ਨਿਸ਼ਾਨ ਸਿੰਘ ਢਿੱਲੋਂ ਵੀ ਸਾਡੇ ਨਾਲ ਜੁੜ ਗਏ ਨੇ। ਉਹ ਕਹਿ ਰਹੇ ਨੇ ਕਿ ਤੁਹਾਡਾ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ, ਪਰ ਮਾਫੀ ਚਾਹੁੰਦਾ ਕਿ ਸਾਰਾ ਪ੍ਰੋਗਰਾਮ ਨਹੀਂ ਵੇਖ ਸਕਿਆ। ਕੋਈ ਗੱਲ ਨਹੀਂ ਜੀ ਨਿਸ਼ਾਨ ਜੀ, ਕਈ ਵਾਰ ਬੰਦਾ ਬਿਜ਼ੀ ਹੋ ਜਾਂਦਾ ਵਾ, ਪਰ ਅਸੀਂ ਸਾਡੀ ਕੋਸ਼ਿਸ਼ ਸੀ ਕਿ ਇਹ ਮਸਲਾ ਜਿਹੜਾ ਬਿਲਕੁਲ ਤਾਜ਼ਾ ਵਾ, ਕੱਲ੍ਹ ਹੀ ਚਿੱਠੀ SIT ਦੇ ਮੈਂਬਰ ਨੇ ਸੈਸ਼ਨ ਜੱਜ ਨੂੰ ਲਿਖੀ ਆ, ਜਿਹਦੇ 'ਚ ਉਹਨਾਂ ਨੇ ਬਾਦਲ ਪਰਿਵਾਰ ਨੂੰ, ਸੀਨੀਅਰ ਬਾਦਲ, ਜੂਨੀਅਰ ਬਾਦਲ ਨੂੰ, ਦੋਵਾਂ ਨੂੰ ਐਕਿਊਜ਼ਡ ਪਹਿਲੀ ਵਾਰੀ ਲਿਖਤੀ ਰੂਪ ਦੇ ਵਿੱਚ ਮੰਨਿਆ ਵਾ। ਸੋ ਇਸ ਕਰਕੇ ਅਸੀਂ ਅੱਜ ਇਹ ਪ੍ਰੋਗਰਾਮ ਲੈ ਕੇ ਆਏ ਹਾਂ। ਹੁਣ ਕਿਉਂਕਿ ਸਮਾਂ ਖਤਮ ਹੋ ਰਿਹਾ ਵਾ, ਮੈਨੂੰ ਦਿਓ ਹੁਣ ਇਜਾਜ਼ਤ। ਵੀਕਐਂਡ ਆ ਰਿਹਾ ਵਾ, ਵੀਕਐਂਡ 'ਤੇ ਆਪਣੇ ਪਰਿਵਾਰ ਦਾ ਜ਼ਰੂਰ ਖਿਆਲ ਰੱਖਿਓ। COVID-19 ਹਾਲੀ ਵੀ ਉਹਦੀ ਜਿਹੜੀ ਕਰੋਪੀ ਆ ਉਹ ਉਸੇ ਤਰ੍ਹਾਂ ਹੀ ਬਰਕਰਾਰ ਆ, ਸੋ ਉਹਦੇ ਤੋਂ ਸਾਨੂੰ ਸਾਰਿਆਂ ਨੂੰ ਬਚਣ ਦੀ ਲੋੜ ਹੈ। ਸੋ ਮੈਨੂੰ ਦਿਓ ਹੁਣ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। This program is sponsored by Prime Link Express, a Gurmeet Madi, Union Truck Stop, Bakersfield, Sukhi Kuman.
बांस की तरह ऊंचे ऊंचे लंबे लंबे वायदे, अंदर से खोखले। ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਸ਼ੁਰੂ ਕੀਤੀ ਗਈ ਸਪੀਕ ਅਪ ਐਂਡ ਰਾਈਜ਼ ਮੁਹਿੰਮ ਤਹਿਤ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਅਮਰੀਕੀ ਕਾਂਗਰਸੀਆਂ ਨਾਲ ਵਰਚੁਅਲ ਮੁਲਾਕਾਤ। ਵੇਖੋ ਐਕਸਕਲੂਸਿਵਲੀ 28 ਜੂਨ 2:45 ET ਗਰ ਪੰਜਾਬ ਤੇ ਬਾਸ TV ਤੇ।